ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। कम से कम ਅਸੀਂ ਯਾਰ ਆਪਣੇ ਮੱਥੇ ਤੇ ਇਹ ਕਲੰਕ ਤਾਂ ਨਾ ਲਈਏ ਕਿ ਪੰਜਾਬ ਦਾ ਕਿਸਾਨ ਜਿਹੜਾ ਹੈਗਾ ਉਹ ਖੁਦਕੁਸ਼ੀ ਦੇ ਨਾਲ ਮਰੇ। ਸਿਰ ਦੇ ਉੱਤੇ ਕਰਜ਼ ਹੈ, ਹਰ ਰੋਜ਼ ਕਦੇ ਉਹਨੂੰ ਬੈਂਕ ਵਾਲਿਆਂ ਦੇ ਕਰਜ਼ ਦੀ ਚਿੰਤਾ ਹੈ, ਕਦੇ ਟਰੈਕਟਰ ਦੇ ਕਰਜ਼ ਦੀ ਚਿੰਤਾ ਹੈ, ਕਦੇ ਆੜਤੀਏ ਦੇ ਕਰਜ਼ ਦੀ ਚਿੰਤਾ ਹੈ। ਜਿਹੜੀ ਇਹ ਪੀੜਾ ਹੈ ਜੀ, ਇਹ ਮਤਲਬ ਸਾਰਾ ਪੰਜਾਬ ਹੰਡਾ ਰਿਹਾ। ਤੁਸੀਂ ਕਿਸਾਨ ਦੇ ਸਿਰ ਤੇ ਹਰੀਆਂ ਪੱਗਾਂ ਬੰਨ ਕੇ ਲੋਕਾਂ ਦੇ ਇਕੱਠ ਕਰਕੇ ਤੁਸੀਂ ਇਹ ਰੈਂਕ ਹਾਸਲ ਕਰਦੇ ਹੋ ਤਾਂ ਤੁਸੀਂ ਘੱਟੋ ਘੱਟ ਮਤਲਬ ਜਿਹਨੂੰ ਕਹਿੰਦੇ ਆ ਉਹ ਪੰਜਾਬੀ ਦੀ ਕਹਾਵਤ ਹੈ ਵੀ ਸ਼ੇਰ ਨਹੀਂ ਤਾਂ ਪੂਣੀ ਤਾਂ ਕੱਤ ਲਓ। ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਹੈੱਡ ਔਰ ਸਾਰੀਆਂ ਕਿਸਾਨ ਆਰਗੇਨਾਈਜੇਸ਼ਨ ਦੇ ਹੈੱਡ, ਇਹਨਾਂ ਨੂੰ ਇੱਕ ਕਸਮ ਚੁੱਕਣੀ ਚਾਹੀਦੀ ਹੈ ਉੱਥੇ ਖੜ ਕੇ ਇੱਕ ਦੂਜੇ ਦੇ ਹੱਥ 'ਚ ਹੱਥ ਪਾ ਕੇ, ਕਿਸੇ ਅਖਬਾਰ ਦੇ ਉੱਪਰ ਇਹ ਸੁਰਖੀ ਨਾ ਪੜ੍ਹਨ ਨੂੰ ਮਿਲੇ ਕਿ ਪੰਜਾਬ ਦੇ ਕਿਸਾਨ ਨੇ ਸੁਸਾਈਡ ਕਰ ਲਿਆ। ਧਰਨਾ ਲਾਉਣਾ ਹੀ ਸਾਡਾ ਕੰਮ ਹੈ ਜਾਂ ਇੱਕ ਮਤਲਬ ਕਿਸੇ ਥਾਂ ਤੇ ਕੋਈ ਰੈਲੀ ਕਰ ਦੇਣਾ ਹੀ ਸਾਡਾ ਕੰਮ ਹੈ। ਇੱਥੋਂ ਹੀ ਤਾਂ ਪਤਾ ਲੱਗਦਾ ਕਿ ਅਸੀਂ ਨਿਰੋਲ ਮਤਲਬ ਰਾਜਨੀਤਿਕ ਕੰਮ ਕਰ ਰਹੇ ਹਾਂ। ਉਹ ਕਹਿੰਦਾ ਮੈਂ ਕਰਜ਼ਾ ਮਾਫ ਕਰ ਦੂੰ, ਇਹ ਕਹਿੰਦਾ ਮੈਂ ਸਾਰੇ ਕਰਜ਼ੇ ਮਾਫ ਕਰ ਦੂੰ। ਉਹ ਕਹਿੰਦੇ ਜੀ ਅਸੀਂ ਨਸ਼ਾ ਖਤਮ ਕਰ ਦੇਂਗੇ, ਇਹ ਕਹਿੰਦਾ ਮੈਂ ਇੰਨੇ ਘੰਟਿਆਂ 'ਚ ਕਰ ਦੂੰ। ਇਹ ਤਾਂ ਗੱਲਾਂ ਹੈਗੀਆਂ ਨੇ ਸਾਰੀਆਂ ਪੋਲੀਟੀਕਲ, ਪਰ ਇਸ ਤੋਂ ਅੱਗੇ ਜਾ ਕੇ ਜਦੋਂ ਗੱਲ ਸੁਸਾਈਡਸ ਦੀ ਆ ਗਈ ਉੱਥੇ ਕੁਛ ਨਾ ਕੁਛ ਸਾਨੂੰ ਸਿੰਸੀਅਰ ਕੰਮ ਵੀ ਕਰਨੇ ਚਾਹੀਦੇ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਵੱਲੋਂ ਤਹਿ ਦਿਲੋਂ ਸਵਾਗਤ ਹੈ। ਦਰਸ਼ਕੋ, ਕਿਸੇ ਨਾ ਕਿਸੇ ਸ਼ਖਸੀਅਤ ਦੇ ਦੁਆਰਾ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਜਾਣਾ ਵਾ। ਜਿਸ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਨ ਜਾ ਰਿਹਾ ਮੈਂ ਜਾਣ ਪਛਾਣ ਦੇ ਮੁਹਤਾਜ ਨਹੀਂ, ਡਾਕਟਰ ਹਰਿੰਦਰ ਜੀਰਾ, ਜੋ ਅਕਸਰ ਅੱਗੇ ਵੀ ਆਪਣੇ ਚੈਨਲ ਦੇ ਉੱਪਰ ਆ ਕੇ ਅਨੇਕ ਪ੍ਰਕਾਰ ਦੇ ਕਿਸਾਨੀ ਨਾਲ ਜੁੜੇ ਹੋਏ ਮੁੱਦੇ, ਕਿਸਾਨ ਭਰਾਵਾਂ ਨਾਲ ਜੁੜੇ ਹੋਏ, ਜ਼ਮੀਨ ਨਾਲ ਜੁੜੇ ਹੋਏ ਮੁੱਦਿਆਂ ਦੀ ਗੱਲਬਾਤ ਅਕਸਰ ਕਰਦੇ ਹੁੰਦੇ ਨੇ। ਕਈ ਵਾਰੀ ਗੱਲਾਂ ਪੋਲੀਟੀਕਲ ਵੀ ਹੋ ਜਾਂਦੀਆਂ ਨੇ। ਤੇ ਪਿਛਲੇ ਦਿਨਾਂ ਵਿੱਚ ਇਹਨਾਂ ਨੇ ਮਾਸਕ ਦੀ ਗੱਲ ਵੀ ਬਾਖੂਬੀ ਕੀਤੀ ਸੀ ਕਿ ਮਾਸਕ ਪਾਉਣ ਦੇ ਨਾਲ ਕਾਰਬਨ ਡਾਈਆਕਸਾਈਡ 30% ਦੁਬਾਰਾ ਸਾਡੇ ਅੰਦਰ ਚਲੀ ਜਾਂਦੀ ਹੈ। ਤੇ ਚਲੋ ਇੱਕ ਯੰਗ ਜਿਹੜਾ ਉਹਨੂੰ ਐਸੀ ਪ੍ਰੋਬਲਮ ਨਹੀਂ ਆ ਸਕਦੀ, ਪਰ ਜਿਹੜਾ ਇੱਕ ਬਜ਼ੁਰਗ ਹੈ ਉਹਨੂੰ ਕੋਈ ਨਾ ਕੋਈ ਪ੍ਰੋਬਲਮ ਇਹਦੇ ਵਿੱਚੋਂ ਨਿਕਲ ਸਕਦੀ ਹੈ। ਖੈਰ, ਕਾਫੀ ਗੱਲਾਂ ਹੋਈਆਂ ਸਨ। ਆਓ ਅੱਜ ਅਸੀਂ ਗੱਲਬਾਤ ਕਰਦੇ ਹਾਂ ਕਿ ਕਿਸਾਨ ਖੁਦਕਸ਼ੀਆਂ ਆਖਰ ਕਦੋਂ ਰੁਕਣਗੀਆਂ। ਸਰਕਾਰਾਂ ਬਦਲਦੀਆਂ ਪਈਆਂ ਨੇ, ਹਾਲਾਤਾਂ ਦੇ ਵਿੱਚ ਕੋਈ ਫਰਕ ਨਹੀਂ ਆਇਆ, ਤਬਦੀਲੀ ਕੋਈ ਨਹੀਂ ਆਈ। ਸਰਕਾਰ ਬਦਲੀ ਹੈ ਨੋ ਡਾਊਟ। ਕਿਸੇ ਵੇਲੇ ਸਾਡੇ ਪੰਜਾਬ ਦੀ ਸਰਕਾਰ ਦੀ ਗੱਲਬਾਤ ਕਰਾਂ ਤੇ ਅਕਾਲੀ ਦਲ ਸੀ, ਉਸ ਤੋਂ ਬਾਅਦ ਕਾਂਗਰਸ ਆ ਗਈ ਹੈ। ਜੇ ਕੇਂਦਰ ਦੀ ਗੱਲਬਾਤ ਕਰਾਂ, ਕੇਂਦਰ ਦੇ ਵਿੱਚ ਸਮਾਂ ਪਾ ਕੇ ਤਬਦੀਲੀਆਂ ਹੋਈਆਂ ਨੇ। ਪਰ ਜੇ ਕਿਸਾਨਾਂ ਦੀਆਂ ਖੁਦਕਸ਼ੀਆਂ ਦੀ ਗੱਲ ਕਰਾਂ ਤੇ ਕਿਸਾਨਾਂ ਦੀਆਂ ਖੁਦਕਸ਼ੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਆਓ ਇਹਨਾਂ ਸਾਰੇ ਮੁੱਦਿਆਂ ਦੀ ਆਪਾਂ ਜਾਣਕਾਰੀ ਲੈਂਦੇ ਹਾਂ ਤੇ ਡਾਕਟਰ ਹਰਿੰਦਰ ਜੀਰਾ ਜੀ ਦਾ ਆਪਣੇ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ, ਸਵਾਗਤ ਹੈ ਜੀ ਪ੍ਰੋਗਰਾਮ ਵਿੱਚ ਤੁਹਾਡਾ। ਬਹੁਤ ਧੰਨਵਾਦ ਜੀ, ਬਹੁਤ ਮਿਹਰਬਾਨੀ। ਡਾਕਟਰ ਸਾਹਿਬ, ਜਦੋਂ ਅਸੀਂ ਗੱਲਬਾਤ ਕਰਦੇ ਹਾਂ ਕਿਸਾਨ ਭਰਾਵਾਂ ਦੀ, ਕਿਸਾਨੀ ਨਾਲ ਜੁੜੇ ਹੋਏ ਮੁੱਦਿਆਂ ਦੀ, ਜੀ ਜੀ, ਤੇ ਮੈਨੂੰ ਲੱਗਦਾ ਵੀ ਪੰਜਾਬ ਦੇ ਧਰਤੀ ਦੇ ਉੱਪਰ ਕਿਸਾਨ ਭਰਾ ਬੜੇ ਆ, ਕੁਝ ਛੋਟੇ ਆ, ਕੁਝ ਮਿਡਲ ਕਲਾਸ ਦੇ ਵਿੱਚ ਆ ਗਏ, ਕੁਝ ਵੱਡੇ ਕਿਸਾਨ ਹੈ, ਬਿਲਕੁਲ ਬਹੁਤ ਜ਼ਿਆਦਾ ਹੈ। ਔਰ ਕਈ ਵਾਰੀ ਸੋਚਦਾ ਹੁੰਦਾ ਵੀ ਸਾਡੀ ਗੱਲ ਇਹਨਾਂ ਸਾਰੇ ਭਰਾਵਾਂ ਤੱਕ ਚਲੀ ਜਾਵੇ, ਜੀ, ਕਿਤੇ ਨਾ ਕਿਤੇ ਸਮਝ ਦੇ ਵਿੱਚ ਆ ਜਾਵੇ, ਕਿਸਾਨ ਉਸ ਚੀਜ਼ ਦੇ ਵਿੱਚੋਂ ਬਾਹਰ ਆਵੇ, ਕੁਛ ਨਵੇਕਲਾ ਕਰੇ, ਚੱਕਰ ਦੇ ਵਿੱਚੋਂ ਬਾਹਰ ਨਿਕਲੇ। ਪਰ ਖੈਰ, ਅੱਜ ਦੀ ਆਪਣਾ ਵਿਸ਼ਾ ਇਹ ਹੈ ਵੀ ਕਿਸਾਨ ਖੁਦਕਸ਼ੀਆਂ ਪਹਿਲਾਂ ਵੀ ਹੁੰਦੀਆਂ ਸੀ ਜੀ, ਸਰਕਾਰਾਂ ਬਦਲੀਆਂ ਫਿਰ ਵੀ ਹੋ ਰਹੀਆਂ ਨੇ, ਕੋਈ ਤਬਦੀਲੀ ਕਿਉਂ ਨਹੀਂ ਆਈ? ਮਕਸਦ ਕਿਸਾਨ ਖੁਦਕਸ਼ੀਆਂ ਦਾ ਜਿਹੜਾ ਵਿਸ਼ਾ ਹੈ, ਇਹ ਦੇਖੋ ਇੱਕ ਗੱਲ ਤਾਂ 100% ਕਲੀਅਰ ਹੈ ਕਿ ਕਿਸਾਨ ਖੁਦਕਸ਼ੀਆਂ ਕਿਸਾਨ ਦੀ ਵਿੱਤੀ ਹਾਲਤ ਦੇ ਨਾਲ ਸੰਬੰਧਿਤ ਹੈ। ਖੁਦਕੁਸ਼ੀ ਜਿਹੜੀ ਹੈ, ਖੁਦਕੁਸ਼ੀ ਇੱਕ ਤਾਂ ਖੁਦਕੁਸ਼ੀ ਹੋ ਗਈ, ਜਿੱਥੇ ਖੁਦਕੁਸ਼ੀ ਜਦੋਂ ਹੋ ਗਈ, ਸਾਡੇ ਆਮ ਮਤਲਬ ਮੀਡੀਆ ਦੇ ਵਿੱਚ ਕਹਿ ਲਓ ਜਾਂ ਆਮ ਲੋਕਾਂ ਤੱਕ ਜਾਂ ਸਰਕਾਰਾਂ ਤੱਕ ਜਾਂ ਪ੍ਰਸ਼ਾਸਨ ਤੱਕ ਤਾਂ ਗੱਲ ਉੱਥੋਂ ਦੀ ਜਾਂਦੀ ਹੈ। ਤੁਸੀਂ ਮਖੂ ਸਾਹਿਬ ਜਰਾ ਸੋਚ ਕੇ ਦੇਖੋ ਕਿ ਖੁਦਕੁਸ਼ੀ ਕੋਈ ਮਤਲਬ ਕੋਈ ਸਧਾਰਨ ਜਿਹਾ ਪੜਾਅ ਨਹੀਂ ਹੈ ਕਿ ਮਤਲਬ ਐਦਾਂ ਹੀ ਜਾਂਦਿਆਂ ਵਾਪਰ ਗਿਆ ਜਾਂ ਐਦਾਂ ਹੀ ਇੱਕ ਮਤਲਬ ਇੱਕ ਹੋ ਕਿੰਨੇ ਹਾਲਾਤਾਂ ਦੇ ਵਿੱਚੋਂ ਗੁਜ਼ਰਿਆ ਹੋਵੇਗਾ। ਆਪਣੇ ਆਪ ਨੂੰ ਖਤਮ ਕਰ ਲੈਣਾ ਸਦਾ ਵਾਸਤੇ ਇਸ ਜ਼ਿੰਦਗੀ ਦੇ ਵਿੱਚ, ਮਤਲਬ ਦੁਨੀਆ ਦੇ ਵਿੱਚੋਂ, ਰੰਗਲੀ ਦੁਨੀਆ ਦੇ ਵਿੱਚੋਂ ਮਤਲਬ ਜਿਹੜਾ ਹੈਗਾ ਸਦਾ ਵਾਸਤੇ ਤੁਰ ਜਾਣਾ, ਇਸ ਕਿਸਮ ਦਾ ਫੈਸਲਾ ਜਿਹੜਾ ਹੈ। ਔਰ ਉਹ ਵੀ ਇੱਕ ਸਧਾਰਨ ਪਰਿਵਾਰ ਜਿਹੜੇ ਹੈ, ਸਧਾਰਨ ਪਰਿਵਾਰਾਂ ਦੀ ਗੱਲ, ਕਿਉਂਕਿ ਸਧਾਰਨ ਪਰਿਵਾਰ ਤੋਂ ਮੇਰਾ ਭਾਵ, ਕਿਉਂਕਿ ਕਿਸਾਨ ਨੂੰ, ਖੇਤੀ ਨੂੰ ਮੇਰੇ ਨਾਨਕ ਪਾਤਸ਼ਾਹ ਨੇ ਵੀ ਉੱਤਮ ਕਿਹਾ। ਖੇਤੀ ਉੱਤਮ ਕਿਉਂ ਹੈ? ਕਿਉਂਕਿ ਖੇਤੀ ਦੇ ਵਿੱਚ ਹੁੰਦਾ ਕੀ ਹੈ, ਹੋਰ ਕਿਸੇ ਵੀ ਤਰ੍ਹਾਂ ਦੇ ਧੰਦਿਆਂ ਦੇ ਵਿੱਚ ਅਸੀਂ ਕਿਸੇ ਨਾ ਕਿਸੇ ਦਾ ਕਿਸੇ ਦੂਜੇ ਨੂੰ ਪ੍ਰਭਾਵਿਤ ਕਰਕੇ ਆਪਣੇ ਕਿਸੇ ਤਰ੍ਹਾਂ ਦੇ ਮੁਨਾਫੇ ਲੈਂਦੇ ਹਾਂ।
ਚਾਹੇ ਉਹ ਠੀਕ ਜਾਇਜ਼ ਠਹਿਰਾਈਏ ਜਾਂ ਨਜਾਇਜ਼ ਹੋਵੇ ਜੀ। ਪਰ ਖੇਤੀ ਇੱਕ ਇਹੋ ਜਿਹੀ ਹੈ ਕਿ ਧਰਤੀ ਮਾਂ ਦੇ ਵਿੱਚੋਂ ਅਸੀਂ ਪੈਦਾਵਾਰ ਲੈਂਦੇ ਹਾਂ, ਆਕਾਸ਼ ਵੱਲ ਅਸੀਂ ਝਾਕਦੇ ਹਾਂ, ਧਰਤੀ ਵੱਲ ਅਸੀਂ ਦੇਖਦੇ ਹਾਂ, ਉਹ ਜੋ ਪੈਦਾ ਕਰਕੇ ਦੇ ਦਿੰਦੀ ਹੈ, ਸਾਡੀ ਮਿਹਨਤ ਦਾ ਮੁੱਲ ਦੇ ਦਿੰਦੀ ਹੈ, ਅਸੀਂ ਉਹਨੂੰ ਖਾਂਦੇ ਹਾਂ, ਪੀਂਦੇ ਹਾਂ, ਵੰਡਦੇ ਹਾਂ ਤੇ ਆਪਣੀਆਂ ਹੋਰ ਜ਼ਰੂਰਤਾਂ ਪੂਰੀਆਂ ਕਰਦੇ ਹਾਂ। ਇਹ ਸੀ ਕਿਸਾਨੀ। ਜਦੋਂ ਅੱਜ ਜਿਹੜੀ ਕਿਸਾਨ ਖੁਦਕੁਸ਼ੀ ਆ, ਉਹਨੂੰ ਜਦੋਂ ਤੁਸੀਂ ਮਤਲਬ ਇਸ ਐਂਗਲ ਤੋਂ ਦੇਖੋਗੇ ਕਿ ਜਿੱਥੇ ਇੱਕ ਤਾਂ ਖੁਦਕੁਸ਼ੀ ਹੋ ਗਈ। ਮਖੂ ਸਾਹਿਬ, ਜੇ ਤੁਸੀਂ ਕਾਫੀ ਲੋਕਾਂ ਦੇ ਵਿੱਚ ਵਿਚਰਦੇ ਰਹਿੰਦੇ ਹੋ, ਜਿਹੜੀ ਮਾਰਜਨਲ ਕਿਸਾਨ ਉਹਨੂੰ ਕਹਿੰਦੇ ਆ ਜਿਹੜੇ ਮਤਲਬ 1.5 ਏਕੜ ਤੋਂ ਲੈ ਕੇ ਨਾ 5-6 ਏਕੜ ਤੱਕ ਦੇ ਕਿਸਾਨ ਹੈ ਜੀ। ਇਹ ਮਤਲਬ ਛੋਟੇ ਕਿਸਾਨ ਜਿਹੜੇ 1-2 ਹੈਕਟੇਅਰ ਵਾਲੇ ਕਿਸਾਨ, ਇਹਨਾਂ ਨੂੰ ਮਤਲਬ ਜਿਹੜੀ ਆਪਣੀ ਸਾਡੀ ਪ੍ਰਸ਼ਾਸਨਿਕ ਭਾਸ਼ਾ ਦੇ ਵਿੱਚ ਉਹ ਇਹਨਾਂ ਨੂੰ ਮਾਰਜਨਲ ਕਿਸਾਨ ਕੁਛ ਇਸ ਤਰ੍ਹਾਂ ਨਾਲ ਬੋਲਦੇ ਆ। ਸੋ ਇਹਨਾਂ ਕਿਸਾਨਾਂ ਦੀ ਜਿਹੜੀ ਵਿੱਤੀ ਹਾਲਤ ਹੈ, ਉਹ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਦਿਨ ਪ੍ਰਤੀ ਦਿਨ ਬਦਤਰ ਹੋਈ ਹੈ। ਔਰ ਅੱਜ ਵੀ ਉਹਦੇ ਵਿੱਚ ਕੋਈ ਖੜੋਤ ਨਹੀਂ ਹੈ। ਮਤਲਬ ਉਹਦੇ ਹਾਲਾਤ ਜਿਹੜੇ ਨੇ, ਵਿੱਤੀ ਹਾਲਾਤ ਜਿਹੜੇ ਨੇ, ਉਹ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਹਾਲਾਤ ਜਿਹੜੇ ਅੱਜ ਵੀ ਨਾਜ਼ੁਕ ਨੇ। ਇੱਕ ਚੀਜ਼ ਹੁਣ ਇੱਕ ਕਿਸਾਨ ਦੀ ਤਾਂ ਖੁਦਕੁਸ਼ੀ ਜਿੱਥੇ ਹੋ ਜਾਂਦੀ ਹੈ, ਸਾਡੇ ਉਹ ਸਾਹਮਣੇ ਆ ਜਾਂਦੀ ਹੈ ਗੱਲ। ਅਸਲ ਦੇ ਵਿੱਚ ਕੀ ਹੈ, ਜੇ ਕਿਤੇ ਇਸ ਪੀੜਾ ਨੂੰ ਤੁਸੀਂ ਮਖੂ ਸਾਹਿਬ ਦੇਖੀਏ ਨਾ, ਪਿੰਡਾਂ ਦੇ ਵਿੱਚ ਜਾ ਕੇ ਜਵਾਨ ਬੱਚੇ, ਬਾਪ ਦੇ ਸਿਰ ਦੇ ਉੱਤੇ ਕਰਜ਼ ਹੈ, ਹਰ ਰੋਜ਼ ਕਦੇ ਉਹਨੂੰ ਬੈਂਕ ਵਾਲਿਆਂ ਦੇ ਕਰਜ਼ ਦੀ ਚਿੰਤਾ ਹੈ, ਕਦੇ ਟਰੈਕਟਰ ਦੇ ਕਰਜ਼ ਦੀ ਚਿੰਤਾ ਹੈ, ਕਦੇ ਆੜਤੀਏ ਦੇ ਕਰਜ਼ ਦੀ ਚਿੰਤਾ ਹੈ, ਔਰ ਉਹਦੀ ਫਸਲ ਆਉਂਦੀ ਹੈ, ਫਸਲ ਦੇ ਉੱਪਰ ਖਰਚੇ ਵੀ ਹੋਏ ਹੈ, ਫਸਲ ਦੇ ਵਿੱਚ ਮਤਲਬ ਉਹ ਸਾਰੇ ਜਿਹੜੇ ਪਿਛਲੇ ਕਰਜ਼ੇ ਹੈਗੇ ਉਹਨਾਂ ਦਾ ਵਿਆਜ ਵੀ ਪੈਣਾ ਹੈ, ਔਰ ਉਹਨਾਂ ਨੂੰ ਜਦੋਂ ਉਹ ਨਿਪਟੂ ਕੇ, ਫਸਲ ਹੈ ਵੀ ਪਰਮਾਤਮਾ ਦੇ ਮਤਲਬ ਖੁੱਲੇ ਥਾਂ ਦੇ ਵਿੱਚ ਪਈ ਹੋਈ ਹੈ, ਉਸ ਦੇ ਹੁਕਮ ਦੇ ਨਾਲ ਆਉਣੀ ਹੈ, ਕਿੰਨੀ ਆਉਣੀ ਹੈ। ਚਲੋ ਖੈਰ, ਜੇ ਆਪਾਂ ਇੱਕ ਦੇਖੀਏ ਤਾਂ ਪਿਛਲੇ ਕਾਫੀ ਸਾਲਾਂ ਤੋਂ ਪੰਜਾਬ ਦੇ ਵਿੱਚ ਜਿਹੜੀ ਹੈਗੀ ਹੈ ਮਤਲਬ ਕਣਕ ਝੋਨੇ ਦੀ ਜਿਹੜੀ ਮਤਲਬ ਜਿਹੜਾ ਹੈਗਾ ਫਸਲੀ ਚੱਕਰ, ਉਹਦੇ ਵਿੱਚ ਕਿਸਾਨ ਨੂੰ ਤਕਰੀਬਨ ਸ਼ੋਰ ਜੀ ਇਨਕਮ ਮਤਲਬ ਆ ਰਹੀ ਹੈ। ਪਰ ਖਰਚੇ ਬਹੁਤ ਜ਼ਿਆਦਾ ਹੋਣ ਕਰਕੇ ਜਿਹੜੀ ਉਹਦੀ ਨੈਟ ਇਨਕਮ ਜਿਹੜੀ ਨੇ ਕਰਜ਼ੇ ਉਤਾਰਨੇ ਨੇ, ਜਿਹੜੇ ਉਹਦੇ ਕੋਲੇ ਬਚਣੇ ਨੇ, ਔਰ ਸਾਰੇ ਮਤਲਬ ਉਹਦੇ ਘਰੇਲੂ ਸਿਸਟਮ ਨੂੰ ਇਹਦੇ ਉੱਤੇ ਆਪਾਂ ਗੱਲ ਕਰਾਂਗੇ। ਘਰੇਲੂ ਸਿਸਟਮ ਦੇ ਵੀ ਤਾਂ ਸਾਰੇ ਖਰਚੇ ਨਿਕਲਣੇ ਨੇ, ਉਹ ਨਿਕਲਣ ਤੋਂ ਬਾਅਦ ਹੀ ਉਹਨੇ ਕਰਜ਼ਾ ਮੋੜਨਾ, ਔਰ ਉਹ ਫਿਰ ਉਸ ਪਰਿਵਾਰ ਨੂੰ ਇਸ ਗੱਲ ਦਾ ਪਤਾ ਹੁੰਦਾ ਹੈ ਕਿ ਸਾਡੇ ਤੋਂ ਕਰਜ਼ਾ ਤਾਂ ਮੋੜਿਆ ਨਹੀਂ ਗਿਆ। ਫਿਰ ਮਖੂ ਸਾਹਿਬ, ਉਹਨਾਂ ਦੇ ਪਰਿਵਾਰ ਨੂੰ ਜੇ ਬਾਪ 10 ਮਿੰਟ ਵੀ ਕਿਤੋਂ ਲੇਟ ਹੋ ਜਾਂਦਾ ਹੈ ਆਉਣ ਤੋਂ, ਤੇ ਸਾਰੇ ਪਰਿਵਾਰ ਨੇ, ਕਿਉਂਕਿ ਇਦਾਂ ਦੀਆਂ ਗੱਲਾਂ ਬਾਤਾਂ ਸੁਣੀਆਂ ਹੁੰਦੀਆਂ, ਫਲਾਣੇ ਥਾਂ ਤੇ ਹੋ ਗਿਆ, ਫਲਾਣੇ ਪਿੰਡ 'ਚ ਹੋ ਗਿਆ, ਇਸ ਤਰ੍ਹਾਂ ਜਿਹੜੀ ਇਹ ਪੀੜਾ ਹੈ ਜੀ, ਇਹ ਮਤਲਬ ਸਾਰਾ ਪੰਜਾਬ ਹੰਡਾ ਰਿਹਾ। ਛੋਟਾ ਕਿਸਾਨ ਸਾਰੇ ਪੰਜਾਬ ਦਾ ਹੰਡਾ ਰਿਹਾ, ਹਰ ਪਰਿਵਾਰ ਹੰਡਾ ਰਿਹਾ। ਹਰ ਪਰਿਵਾਰ ਦੇ ਵਿੱਚ ਇਸ ਗੱਲ ਦਾ ਮਤਲਬ 24 ਘੰਟੇ ਚਿੰਤਾ ਰਹਿੰਦੀ ਹੈ ਕਿ ਸਾਡੇ ਸਿਰ ਕਰਜ਼ਾ ਹੈ, ਕਿਤੇ ਜਿਹੜਾ ਫੈਮਿਲੀ ਦਾ ਹੈੱਡ ਹੈ, ਕਿਤੇ ਇਹ ਮਤਲਬ ਕੋਈ ਇਸ ਤਰ੍ਹਾਂ ਦੀ ਚਿੰਤਾ ਨਾ ਲੈ ਜਾਵੇ। ਬੱਚੇ ਅਲੱਗ ਮਹਿਸੂਸ ਕਰਦੇ ਆ, ਕੋਈ ਇਸ ਤਰ੍ਹਾਂ ਦਾ ਫੈਸਲਾ ਨਾ ਲੈ ਜਾਵੇ। ਪਰ ਇੰਨਾ ਜ਼ਿਆਦਾ ਕਰਜ਼ਾ ਕਿਸਾਨ ਦੇ ਸਿਰ ਕਿਉਂ ਚੜਦਾ ਪਿਆ ਜੀ? ਹੁਣ ਕਰਜ਼ੇ ਦੀ, ਜੇ ਦੁਕਾਨਦਾਰ ਦੀ ਗੱਲ ਕਰੀਏ, ਉਹਨੇ ਕਦੀ ਇਸ ਤਰੀਕੇ ਦੀ ਗੱਲਬਾਤ ਨਹੀਂ ਕੀਤੀ ਮੇਰੇ ਸਿਰ ਤੇ ਬਹੁਤ ਜ਼ਿਆਦਾ ਕਰਜ਼ਾ, ਕਿਸਾਨ ਦੇ ਉੱਪਰ ਹੀ ਕਿਉਂ ਕਰਜ਼ਾ ਹੈ ਜੀ? ਇਹਦੇ ਵਿੱਚ ਨਾ ਜੀ ਮਖੂ ਸਾਹਿਬ, ਜੇ ਤਾਂ ਦੇਈਏ ਮਤਲਬ ਇੱਕ ਲਾਈਨ ਦੇ ਵਿੱਚ ਬਲੇਮ ਦੇਣਾ ਹੋਵੇ, ਇੱਕ ਲਾਈਨ ਦੇ ਵਿੱਚ ਬਲੇਮ ਤਾਂ ਇਹ ਹੈ ਕਿ ਅਸੀਂ ਪੂਰੇ ਹਿੰਦੁਸਤਾਨ ਦਾ ਢਿੱਡ ਭਰਦੇ ਸਾਨੂੰ ਜੋ ਸਕੀਮਾਂ ਦਿੱਤੀਆਂ, ਜੋ ਵਿਉਂਤਾਂ ਦਿੱਤੀਆਂ, ਜੋ ਸਾਨੂੰ ਵੈਰਾਈਟੀਆਂ ਦਿੱਤੀਆਂ, ਜੋ ਸਾਨੂੰ ਸਾਧਨ ਦਿੱਤੇ, ਅਸੀਂ ਉਹਦੇ ਤੋਂ ਬਿਨਾਂ ਆਪਣੇ ਤੌਰ ਤੇ ਕੀਤਾ ਕੀ ਹੈ? ਅਸੀਂ ਛੋਲੇ ਉਗਾਉਂਦੇ ਸੀ, ਅਸੀਂ ਸਰੋਂ ਉਗਾਉਂਦੇ ਸੀ, ਅਸੀਂ ਹੋਰ ਸਾਰਾ ਕੁਝ ਉਗਾਉਂਦੇ ਸੀ। ਮਲਟੀਪਲ ਕ੍ਰੌਪਿੰਗ ਸਿਸਟਮ ਪੰਜਾਬ ਦੇ ਵਿੱਚ ਸੀਗਾ ਜੀ, ਠੀਕ ਹੈ ਜੀ। ਹਰੇਕ ਜਗ੍ਹਾ ਦੇ ਉੱਤੇ ਮਤਲਬ ਜੌਆਂ ਦੀ ਖੇਤੀ ਤੱਕ ਹੁੰਦੀ ਸੀ, ਬਾਗ ਛੋਟੇ ਲੱਗੇ ਹੁੰਦੇ ਸੀ, ਠੀਕ ਹੈ ਜੀ। ਹੋਰ ਮਤਲਬ ਹਰ ਤਰ੍ਹਾਂ ਦੀ ਇੱਕ ਜਿਹਨੂੰ ਆਪਾਂ ਡਾਇਵਰਸੀਫਾਈਡ ਫਾਰਮਿੰਗ ਕਹਿ ਸਕਦੇ ਹਾਂ, ਜਿਹੜੀ ਮਤਲਬ ਕੋਈ ਇਹ ਜਿਹੜਾ ਮਾਡਲ ਅੱਜ ਸਾਡੇ ਸਾਹਮਣੇ ਹੈ। ਹੁਣ ਮਖੂ ਸਾਹਿਬ, ਇਹ ਗੱਲ ਤਾਂ ਕੰਧ ਤੇ ਲਿਖੀ ਹੋਈ ਸਪਸ਼ਟ ਦਿਸਦੀ ਹੈ ਵੀ ਮੰਨ ਲਓ ਇੱਕ ਕੰਮ ਜਿਹੜਾ ਹੈਗਾ, ਤੁਸੀਂ ਮੈਨੂੰ ਪਿਛਲੇ 25 ਸਾਲਾਂ ਤੋਂ ਤੁਸੀਂ ਮੈਨੂੰ ਕਹਿ ਰਹੇ ਹੋਵੋ ਕਿ ਜੀ ਤੁਸੀਂ ਐਂ ਕਰੋ, ਤੁਸੀਂ ਐਂ ਕਰੋ, ਔਰ ਮੈਂ ਉਹਨੂੰ ਕਰਦਾ ਜਾ ਰਿਹਾ ਹੋਵਾਂ, ਤੇ ਅੱਜ ਜੇ ਮੇਰੇ ਉਹਦੇ ਵਿੱਚ ਚੰਗੇ ਹਾਲਾਤ ਹੋਣ ਜਾਂ ਮਾੜੇ ਹਾਲਾਤ ਹੋਣ, ਮੇਰੇ ਖਿਆਲ ਦੇ ਵਿੱਚ ਜ਼ਿੰਮੇਵਾਰੀ ਤੁਹਾਡੇ ਤੇ ਆਉਂਦੀ ਹੈ ਜੀ। ਸੋ ਇਹ ਜੋ ਸਰਕਾਰਾਂ ਨੇ ਜੋ ਮਤਲਬ ਦੱਸਿਆ ਸਾਨੂੰ, ਆ ਕ੍ਰਾਂਤੀ ਲੈ ਕੇ ਆਂਦੀ, ਇਹਨਾਂ ਨੇ ਨਾਮ ਕ੍ਰਾਂਤੀਆਂ ਦੇ ਦਿੱਤੇ ਆ, ਹਰੀ ਕ੍ਰਾਂਤੀ ਹੈ, ਚਿੱਟੀ ਕ੍ਰਾਂਤੀ ਹੈ। ਇਹ ਕ੍ਰਾਂਤੀਆਂ ਜਿਹੜੀਆਂ ਹੈਗੀਆਂ, ਇਹ ਮਤਲਬ ਅੰਬਾਰ ਲੱਗ ਗਏ ਅਨਾਜ ਦੇ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਸਾਰਾ ਕੁਝ ਹੋ ਗਿਆ, ਪੂਰੇ ਹਿੰਦੁਸਤਾਨ ਦੇ ਢਿੱਡ ਭਰੇ ਗਏ, ਠੀਕ ਹੈ ਜੀ। ਔਰ ਜਿਹੜੇ ਹੈਗੇ ਬਾਜ਼ਾਰ ਬੜੇ ਗਰਮਾ ਗਰਮ ਹੋ ਗਏ,
ਠੀਕ ਹੈ ਜੀ, ਫੈਕਟਰੀਆਂ ਲੱਗ ਗਈਆਂ ਜੀ। ਇਹਦੇ ਨਾਲ ਸੰਬੰਧਿਤ ਇਨਪੁੱਟਸ ਦੀਆਂ ਫੈਕਟਰੀਆਂ ਬਹੁਤ ਲੱਗ ਗਈਆਂ, ਦਵਾਈਆਂ ਦੀਆਂ ਕੰਪਨੀਆਂ ਬੜੀਆਂ ਨੇ, 265 ਤੋਂ ਵੱਧ ਕੰਪਨੀਆਂ ਪੰਜਾਬ ਦੇ ਵਿੱਚ ਰਜਿਸਟਰਡ ਹੈ ਪੈਸਟੀਸਾਈਡ ਦੀਆਂ, ਅੱਛਾ ਜੀ। ਜਿਹੜੀਆਂ ਮਤਲਬ ਸਪਲਾਈ ਕਰਦੀਆਂ ਨੇ। ਸੋ ਮਤਲਬ ਕਹਿਣ ਦਾ ਕਿ ਉੱਥੇ ਸਾਰੇ ਕ੍ਰਾਂਤੀ ਆ ਗਈ। ਪਰ ਜਿਸ ਪੁਆਇੰਟ ਨੂੰ ਮੈਚ ਹੋਇਆ ਹੈ ਕਿ ਇੱਕ ਕਿਸਾਨ ਜਿਹਦੇ 2 ਬੱਚੇ 3 ਬੱਚੇ ਜਵਾਨ, ਉਹ ਘਰ ਬੈਠੇ ਨੇ, ਉਹਦੀ ਵਾਈਫ ਘਰ ਬੈਠੀ ਹੈ, ਉਹਦੀ ਬੁੱਢੀ ਮਾਂ ਬੁੱਢਾ ਬਾਪ ਘਰੇ ਬੈਠਾ ਹੈ, ਉਹ ਜਦੋਂ ਘਰੋਂ ਬਾਹਰ ਜਾਂਦਾ ਤੇ ਜੇ ਸ਼ਾਮ ਨੂੰ 1 ਘੰਟਾ ਵੀ ਲੇਟ ਹੋ ਜਾਂਦਾ ਤੇ ਸਾਰਿਆਂ ਦਾ ਦਿਲ ਐ ਵੱਜ ਕੇ ਉੱਪਰ ਥੱਲੇ ਵੱਜਦਾ ਹੈ ਵੀ ਕਿਤੇ ਕਾਸ਼ ਕਿਤੇ ਉਹ ਗੱਲ ਸਾਡੇ ਨਾਲ ਵਾਪਰ ਜਾਵੇ ਜਿਹੜੀ ਕਿਤੇ ਸਾਡੇ ਹੋਰ ਕੱਲ ਗੁਆਂਢ ਦੇ ਵਿੱਚ ਵਾਪਰੀ ਹੈ। ਸੋ ਇਹ ਵਿਸ਼ਾ ਜਿਹੜਾ ਹੈਗਾ ਬਹੁਤ ਇੰਪੋਰਟੈਂਟ ਹੈ। ਮੈਨੂੰ ਨਹੀਂ ਪਤਾ ਸਰਕਾਰਾਂ ਇਹਨੂੰ ਕਿਸ ਐਂਗਲ ਤੋਂ ਲੈਂਦੀਆਂ ਨੇ, ਮੈਨੂੰ ਨਹੀਂ ਪਤਾ ਜਿਹੜੀਆਂ ਸਾਡੀਆਂ ਕਿਸਾਨ ਯੂਨੀਅਨ ਹੈ, ਸਭ ਤੋਂ ਪਹਿਲਾ ਫਰਜ਼ ਨਹੀਂ, ਮੇਰਾ ਸਵਾਲ ਉੱਥੇ ਦੀ ਉੱਥੇ ਖੜਾ ਹੈ, ਕਿਸਾਨ ਇੰਨਾ ਕਰਜ਼ਾਈ ਕਿਵੇਂ ਹੋ ਗਿਆ? ਕਰਜ਼ਾਈ ਐਸਾ ਕੀ ਕਾਰਨ ਹੈ? ਉਹਨੂੰ ਕੋਈ ਭਾਅ ਸਹੀ ਨਹੀਂ ਮਿਲਿਆ ਜਾਂ ਉਹਦੇ ਖਰਚੇ ਜ਼ਿਆਦਾ ਵੱਧ ਗਏ? ਇੰਨਾ ਜ਼ਿਆਦਾ ਕਰਜ਼ਾ ਕਿਸਾਨ ਦੇ ਸਿਰ ਦੇ ਉੱਪਰ ਹੀ ਕਿਉਂ ਹੈ? ਮਖੂ ਸਾਹਿਬ, ਇਹ ਤਾਂ ਕਾਰਨ ਵੇਖੋ, ਕਰਜ਼ਾ ਤਾਂ ਜਿਹੜਾ ਹੈਗਾ ਜਦੋਂ ਜਿਹੜਾ ਨੈਟ ਪ੍ਰੋਫਿਟ ਦੇ ਨਾਲ ਹੀ ਕਰਜ਼ਾ ਉਤਰੇਗਾ। ਜਦੋਂ ਸਾਨੂੰ ਹੁਣ ਜਿਹੜੀ ਅੱਜ ਦੀ ਖੇਤੀ ਹੈ ਇਹ ਟੋਟਲੀ ਮੈਕਨਾਈਜ਼ਡ ਫਾਰਮਿੰਗ ਇਹਨੂੰ ਕਹਿ ਸਕਦੇ ਆ, ਮਤਲਬ ਜਿਹੜੀ ਹੈ 100% ਮਸ਼ੀਨਰੀ ਦੇ ਆਧਾਰਿਤ। ਤੁਸੀਂ ਕਣਕ ਤੇ ਝੋਨੇ ਦੇ ਵਿੱਚ, ਤੁਸੀਂ ਖੁਦ ਪੇਂਡੂ ਬੈਕਗ੍ਰਾਉਂਡ ਦੇ ਹੋ, ਤੁਹਾਡੇ ਫਾਦਰ ਸਾਹਿਬ ਇੱਥੇ ਖੇਤੀ ਕਰਦੇ ਆ, ਤੁਸੀਂ ਮੈਨੂੰ ਇੱਕ ਦੱਸੋ ਕਿ ਕਣਕ ਤੇ ਝੋਨੇ ਦੀ ਖੇਤੀ ਦੇ ਵਿੱਚ ਕਿਸਾਨ ਦੀ ਇਨਵੋਲਵਮੈਂਟ ਕਿੱਥੇ ਹੈ? ਕਿਸਾਨ ਦੇ ਪਰਿਵਾਰ ਦੀ ਇਨਵੋਲਵਮੈਂਟ ਕਿੱਥੇ ਹੈ? ਟਰੈਕਟਰ ਵਾਹੁੰਦੇ ਨੇ, ਮਸ਼ੀਨਾਂ ਬੀਜ ਦਿੰਦੀਆਂ ਨੇ, ਮਸ਼ੀਨਾਂ ਕੱਟ ਲੈਂਦੀਆਂ ਨੇ, ਟਰਾਲੇ ਭਰ ਕੇ ਮੰਡੀ 'ਚ ਚਲੇ ਜਾਂਦੇ, ਉੱਥੇ ਉਹ ਤੋਲ ਕੇ ਤੇ ਸਾਨੂੰ ਪੈਸੇ ਦੇ ਦਿੰਦੇ ਆ। ਇਸ ਤੋਂ ਬਿਨਾਂ ਹੋਰ ਕੀ ਪ੍ਰਕਿਰਿਆ? ਔਰ ਜਦੋਂ ਸਾਡੀ ਇਹ ਜਿਹੜੀ ਟੋਟਲੀ ਮੈਕਨਾਈਜ਼ਡ ਫਾਰਮਿੰਗ ਹੋਈ ਆ, ਇਹਦੇ ਵਿੱਚੋਂ ਕਿਸਾਨ ਪਾਸੇ ਹਟ ਗਿਆ ਇੱਕ ਤਰੀਕੇ ਨਾਲ, ਔਰ ਆਸਾਨ ਹੋ ਗਈ ਕਰਕੇ ਇਹਨੂੰ, ਇਹ ਆਸਾਨ ਹੈ ਇਸ ਕਰਕੇ ਹਰ ਇੱਕ ਕਿਸਾਨ ਨੇ ਅਡਾਪਟ ਕਰ ਲਈ। ਔਰ ਇਹਦੇ ਜਦੋਂ ਹੁਣ ਜਿਹੜੀ ਇੰਨਾ ਮਸ਼ੀਨੀਕਰਨ ਜਿਹੜਾ ਹੋਇਆ ਉਹ ਖਰਚੀਲਾ ਹੈ। ਉਹ ਖਰਚੀਲਾ ਹੋਣ ਕਰਕੇ ਉਹਦੇ ਵਿੱਚ ਜਿਹੜੀ ਕਿਸਾਨ ਦੀ ਆਮਦਨ ਹੁੰਦੀ ਸੀ, ਕਿਸਾਨ ਦੀ ਆਪਣੀਆਂ ਮਿਹਨਤਾਂ ਦੀ ਆਮਦਨ ਜਿਹੜੀ ਹੁੰਦੀ ਸੀ, ਉਹ ਮਿਹਨਤਾਂ ਦੀ ਆਮਦਨ ਹੀ ਖਤਮ ਹੋ ਗਈ। ਇਸ ਕਰਕੇ ਇਹ ਪ੍ਰੋਬਲਮ ਹੈਗੀ ਹੈ। ਕੁਝ ਮੈਂ ਜਿਵੇਂ ਤੁਹਾਨੂੰ ਮੈਂ ਗੱਲ ਕੀਤੀ ਸੀ ਕਿ ਇੱਕ ਲਾਈਨ ਦੇ ਵਿੱਚ ਕਹਿਣਾ ਹੋਵੇ ਤਾਂ ਮਤਲਬ ਸਰਕਾਰਾਂ ਜ਼ਿੰਮੇਵਾਰ ਨੇ। ਜਿਵੇਂ ਤੁਸੀਂ ਗੱਲਬਾਤ ਕੀਤੀ ਹੈ ਕਿਸਾਨ ਖੁਦਕਸ਼ੀਆਂ ਦੀ, ਹੁਣ ਸਵਾਲ ਇੱਕ ਮਨ ਦੇ ਵਿੱਚ ਹੋਰ ਆ ਰਿਹਾ ਵੀ ਜੇ ਅਸੀਂ ਪੰਜਾਬ ਦੇ ਹਿਤੈਸ਼ੀ ਹਾਂ ਸਾਰੇ, ਮੈਂ ਪੰਜਾਬ ਦੇ ਦਰਦ ਦੀ ਗੱਲ ਕਰਦਾ ਵਾਂ ਜੀ, ਜੇ ਆਪਾਂ ਸਾਰੇ ਪੰਜਾਬ ਦੇ ਦਰਦਾਂ ਦੀ ਗੱਲਬਾਤ ਕਰਦੇ ਹਾਂ ਤਾਂ ਕੋਈ ਐਸਾ ਹੱਲ ਕੀ ਹੋ ਸਕਦਾ ਹੈ ਕਿ ਪੰਜਾਬ ਦੇ ਅੰਦਰ, ਵੈਸੇ ਤਾਂ ਪੂਰੇ ਭਾਰਤ ਵਿੱਚ ਹੋਵੇ, ਜੇ ਆਪਾਂ ਪੱਲੇ ਪੰਜਾਬ ਦੀ ਵੀ ਗੱਲ ਕਰੀਏ ਤਾਂ ਪੰਜਾਬ 'ਚ ਖੁਦਕਸ਼ੀਆਂ ਕਿਵੇਂ ਰੁਕ ਸਕਦੀਆਂ? ਜੀ ਮਖੂ ਸਾਹਿਬ, ਗੱਲ ਇਹ ਹੈ ਵੀ ਜਦੋਂ ਖੁਦਕਸ਼ੀਆਂ ਦੀ ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਜੇ ਤਾਂ ਬਲੇਮ ਦੇਣ ਦੀਆਂ ਗੱਲਾਂ ਕਰਨੀਆਂ ਨੇ, ਕਿਉਂ ਇਹ ਹਾਲਾਤ ਵਾਪਰੇ ਹੈ, ਕਿ ਇਹਦਾ ਕਾਰਨ ਕੀ ਹੈ, ਇਸ ਹਾਲਾਤ ਤੇ ਤਬਸਰਾ ਕਰਦੇ ਜਾਵਾਂਗੇ ਤਾਂ ਬਹੁਤ ਲੰਬਾ ਹੈ, ਬਹੁਤ ਖੁੱਲੀ ਡਿਸਕਸ਼ਨਾਂ ਦੀ ਲੋੜ ਹੈ। ਉਹ ਗੱਲ ਤਾਂ ਇੱਕ ਅਲੱਗ ਰਹਿ ਗਈ। ਹੁਣ ਜਿਹੜਾ ਤੁਹਾਡਾ ਸਵਾਲ ਹੈ ਔਰ ਵਾਜਬ ਵੀ ਹੈ, ਔਰ ਮੈਂ ਸਮਝਦਾ ਕਿ ਜਿਹਦੇ ਉੱਤੇ ਕੰਮ ਹੋਣਾ ਚਾਹੀਦਾ, ਜਿਹਦੇ ਤੇ ਪੂਰੇ ਪੰਜਾਬ ਦੇ ਵਿੱਚ ਨਹੀਂ ਬਲਕਿ ਪੂਰੇ, ਮੈਂ ਤਾਂ ਸਮਝਦਾ ਪੂਰੇ ਹਿੰਦੁਸਤਾਨ ਦੇ ਵਿੱਚ ਹੀ ਹੋਣਾ ਚਾਹੀਦਾ, ਔਰ ਪੰਜਾਬ ਦੇ ਵਿੱਚ ਖਾਸ ਤੌਰ ਤੇ ਹੋਣਾ ਚਾਹੀਦਾ। ਉਹ ਇਸ ਵਿਸ਼ੇ ਦੇ ਉੱਪਰ ਕੰਮ ਹੋਣਾ ਚਾਹੀਦਾ ਹੈ ਕਿ ਜਿਹੜੀ ਕਿਸਾਨ ਦੀ ਮਾਨਸਿਕ ਸਥਿਤੀ, ਜਿਹੜਾ ਮੈਂਟਲ ਬੈਲੈਂਸ ਹਿੱਲਿਆ ਹੋਇਆ, ਮਾਨਸਿਕ ਸਥਿਤੀ ਜਿਹੜੀ ਉਥਲ ਪੁਥਲ ਹੋਈ ਹੈ, ਉਸ ਦੇ ਉੱਪਰ ਉਹਨੂੰ ਬੈਲੈਂਸ ਕਰਨਾ, ਉਹਨੂੰ ਠੁੰਮਣਾ ਦੇਣਾ ਜਿਹੜਾ ਹੈਗਾ, ਉਸ ਵਿਸ਼ੇ ਦੇ ਉੱਪਰ ਕੰਮ ਹੋਣਾ ਚਾਹੀਦਾ। ਗੱਲ ਕੱਲੀ ਇਹ ਨਹੀਂ ਹੈ ਕਿ ਆਰਥਿਕਤਾ ਹੀ ਕੱਲੀ ਸੰਬੰਧਿਤ ਨਹੀਂ ਹੁੰਦੀ। ਸਰਕਾਰਾਂ ਨੇ ਜਿਸ ਤਰ੍ਹਾਂ ਮਤਲਬ ਗੱਲ ਸਰਕਾਰਾਂ ਦੀ ਫੇਰ ਆ ਜਾਂਦੀ ਹੈ ਕਿ ਮੰਨ ਲਓ ਕਰਜ਼ਾ ਮਾਫੀ ਦੀ ਗੱਲ ਕਰ ਦਿੱਤੀ। ਮੈਨੂੰ ਨਹੀਂ ਲੱਗਦਾ ਕਿ ਇਹ, ਮੈਨੂੰ ਨਹੀਂ ਪਤਾ ਇਹ ਕਿਹੜੇ ਮਾਹਰ ਲੋਕ ਹੈ, ਕਿਹੜੇ ਇਸ ਗੱਲ ਦਾ ਫੈਸਲਾ ਕਰਦੇ ਨੇ, ਕਿੱਥੋਂ ਇਹ ਗੱਲ ਉਹ ਕਿਵੇਂ ਸੋਚ ਲੈਂਦੇ ਨੇ ਕਿ ਇੱਕ ਵਾਰੀ ਕਿਸਾਨੀ ਦੇ ਉੱਪਰ ਚੜ੍ਹਿਆ ਹੋਇਆ ਕਰਜ਼ਾ ਉਹਨਾਂ ਨੇ ਉਤਾਰ ਦਿੱਤਾ ਜਾਂ ਉਹਨੂੰ ਉਤਾਰਨ ਦੀਆਂ ਕੋਸ਼ਿਸ਼ਾਂ ਕਰ ਲਈਆਂ, ਕੋਈ 50% ਉਤਰ ਗਿਆ, ਕੋਈ 60% ਉਤਰ ਗਿਆ, ਤਾਂ ਉਸ ਦੇ ਨਾਲ ਕਿਸਾਨ ਖੁਦਕਸ਼ੀਆਂ ਰੁਕ ਜਾਣਗੀਆਂ ਜੀ। ਕਿਉਂਕਿ ਮਤਲਬ ਆਪਣੇ ਨਾਲੋਂ ਸਾਰੇ ਹੀ ਉਹ ਸਿਆਣੇ ਆ, ਸੁਲਝੇ ਆ, ਬੜੇ ਤਜਰਬੇਕਾਰ ਲੋਕ ਬੈਠੇ ਹੁੰਦੇ ਆ ਉੱਥੇ। ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਉਹ ਇਸ ਗੱਲ ਨੂੰ ਇਹ ਲੋਕ ਕਿਉਂ ਨਹੀਂ ਸਮਝਦੇ ਕਿ ਮਤਲਬ ਇੱਕ ਵਾਰ ਕਿਸੇ ਦਾ ਕਰਜ਼ਾ ਉਤਾਰ ਦੇਣਾ ਉਹਦਾ ਮਤਲਬ ਇਹ ਨਹੀਂ ਹੈ ਕਿ ਉਹ ਉਸ ਤੋਂ ਬਾਅਦ ਕਰਜ਼ਾਈ ਨਾ ਹੋਏਗਾ ਜੀ। ਠੀਕ ਹੈ ਜੀ। ਸੋ ਸਭ ਤੋਂ ਪਹਿਲਾਂ ਤਾਂ ਇਹਨਾਂ ਗੱਲਾਂ ਦੇ ਉੱਪਰ ਕੰਮ ਹੋਣਾ ਚਾਹੀਦਾ ਸੀ। ਖੇਤੀਬਾੜੀ ਵਾਸਤੇ ਕੋਈ ਯੋਗ ਨੀਤੀ ਬਣੇ। ਆ ਜਿਹੜੀ ਚਿਰਾ ਪੂੰਜੀ ਦੀ ਫਸਲ ਜਿਹੜੀ ਹੈ ਇੱਥੇ ਅਸੀਂ ਉਗਾਈ ਜਾਂਦੇ ਹਾਂ, ਮਖੂ ਸਾਹਿਬ 700 ਫੁੱਟ ਤੱਕ ਪਾਣੀ ਪੰਜਾਬ ਦੇ ਵਿੱਚ ਮਤਲਬ ਟਿਊਬਵੈੱਲ ਜਿਹੜੇ ਹੈਗੇ ਉਹ ਲੈ ਰਹੇ ਨੇ, ਕੋਈ ਅਜੇ ਤੱਕ ਕਿਸੇ ਦਾ ਧਿਆਨ ਨਹੀਂ ਹੈ। ਸੋ ਆਪਾਂ ਆਪਣੇ ਵਿਸ਼ੇ ਤੇ ਆਈਏ ਕਿ ਇਹ ਸਾਰੀਆਂ ਚੀਜ਼ਾਂ ਇਹ ਤਾਂ ਹੋ ਰਹੀਆਂ ਨੇ ਕਿਉਂਕਿ ਅਜੇ ਤੱਕ ਕੋਈ ਵੀ ਮਤਲਬ ਜਿਹਨੂੰ ਆਪਾਂ ਕਹਿ ਦਈਏ ਨਾ ਕਿ ਕੋਈ ਸੋਲਿਡ ਪਲਾਨ,
ਕੋਈ ਇੱਕ ਨੀਤੀ ਜਿਹਦੇ ਉੱਤੇ ਕੰਮ ਕੀਤਾ ਜਾ ਸਕੇ, ਚਾਹੇ ਉਹਦੇ ਨਤੀਜੇ ਸਾਨੂੰ 5 ਸਾਲਾਂ 'ਚ ਮਿਲਣ ਚਾਹੇ 10 ਸਾਲਾਂ 'ਚ ਮਿਲਣ, ਕਿਸੇ ਇਸ ਤਰੀਕੇ ਦੀ ਕਹਿਣ ਤੋਂ ਬਾਅਦ ਸ਼ੁਰੂਆਤ ਤੇ ਹੋ ਜੇ ਨਾ, ਸ਼ੁਰੂਆਤ ਹੋਈ ਹੀ ਕਿਤੇ ਨਹੀਂ ਦਿਸਦੀ। ਸੋ ਸਭ ਤੋਂ ਪਹਿਲਾਂ ਮੈਂ ਜਿੰਨਾ ਕੁ ਮੇਰੇ ਜਿਹਨ ਦੇ ਵਿੱਚ ਜੋ ਗੱਲ ਆਉਂਦੀ ਹੈ ਕਿ ਇਸ ਵਿਸ਼ੇ ਦੇ ਉੱਪਰ ਜਿਹੜਾ ਹੈਗਾ ਉਹ ਕੱਲੀਆਂ ਸਰਕਾਰਾਂ, ਕਿਉਂਕਿ ਜ਼ਿੰਮੇਵਾਰ ਚਾਹੇ ਉਹ ਹੋਣ, ਪਰ ਅੱਜ ਇਹਨੂੰ ਰੋਕਣ ਦੇ ਵਾਸਤੇ, ਇਸ ਅਲਾਮਤ ਚੋਂ ਨਿਕਲਣ ਦੇ ਵਾਸਤੇ ਕੱਲੀਆਂ ਸਰਕਾਰਾਂ ਕੁਝ ਨਹੀਂ ਕਰ ਸਕਦੀਆਂ। ਇੱਥੇ ਮੈਂ ਇੱਕ ਗੱਲ ਇਹ ਕਹਿਣੀ ਵੀ ਚਾਹੂੰਗਾ ਕਿ ਇਹਦੇ ਵਿੱਚ ਸਭ ਤੋਂ ਪਹਿਲਾਂ ਸਰਕਾਰਾਂ ਦੀ ਯੋਗ ਨੀਤੀ ਉਹ ਵੀ ਹੋਣੀ ਚਾਹੀਦੀ ਹੈ, ਉਹਨਾਂ ਨੂੰ ਨੀਤੀ ਬਣਾਉਣੀ ਚਾਹੀਦੀ ਹੈ। ਆ ਜਿਹੜਾ ਹੈਗਾ ਅਸੀਂ ਕਰਜ਼ਾ ਮਾਫ ਕਰ ਦਿੱਤਾ ਜੀ, ਉਹ ਕਿਸੇ ਦਾ ਕਰਜ਼ਾ ਹੋ ਗਿਆ, ਕਿਸੇ ਦਾ ਅੱਧਾ ਹੋ ਗਿਆ, ਕਿਸੇ ਦਾ ਜ਼ਿਆਦਾ ਹੋ ਗਿਆ, ਕਿਸੇ ਦਾ ਘੱਟ ਹੋ ਗਿਆ, ਇਹ ਮੈਨੂੰ ਨਹੀਂ ਲੱਗਦਾ ਠੀਕ ਹੈ। ਇੱਕ ਵਾਰੀ ਡੈਟ ਚੋਂ ਬਾਹਰ ਕੱਢਣ ਵਾਸਤੇ ਵਨ ਟਾਈਮ ਪਲਾਨ ਇਹ ਜਿਹੜੇ ਹੈਗੇ ਆ ਇਹ ਉਹਦਾ ਇੱਕ ਸਟੈਪ ਹੋ ਸਕਦਾ, ਪਰ ਇਹ ਕੰਪਲੀਟ ਪ੍ਰੋਸੈਸ ਨਹੀਂ ਹੈ। ਇਹ ਨਹੀਂ ਹੈਗਾ ਕਿ ਇੱਕ ਵਾਰੀ ਕਰਜ਼ਾ ਮਾਫ ਕਰਨ ਦੇ ਨਾਲ ਹੀ ਅਸੀਂ ਮਤਲਬ ਇਹ ਸਾਰਾ ਕੁਝ ਕਰ ਲਾਂਗੇ। ਸੋ ਸਭ ਤੋਂ ਪਹਿਲਾਂ ਉੱਥੇ ਨੀਤੀ ਹੋਣੀ ਚਾਹੀਦੀ ਹੈ। ਦੂਸਰੇ ਨੰਬਰ ਤੇ ਮੈਂ ਸਮਝਦਾ ਹਾਂ ਕਿ ਸਭ ਤੋਂ ਵੱਡੀ ਕੋਆਰਡੀਨੇਸ਼ਨ ਜਿਹੜੀ ਅੱਜ ਬਿਲਕੁਲ ਹੀ ਨਹੀਂ ਹੈ। ਵੇਖੋ ਸਾਡੀਆਂ ਕਿਸਾਨਾਂ ਦੀਆਂ ਆਰਗੇਨਾਈਜੇਸ਼ਨਸ ਹੈ, ਯੂਨੀਅਨਸ ਹੈ, ਸੰਗਠਨ ਨੇ ਕਿਸਾਨਾਂ ਦੇ, ਉਹਨਾਂ ਦੇ ਵਿੱਚ ਔਰ ਸਰਕਾਰ ਦੇ ਵਿੱਚ ਇੱਕ ਆਪਸੀ ਇੱਕ ਮਿਨੀਮਮ ਕਿਸੇ ਪ੍ਰੋਗਰਾਮ ਦੇ ਉੱਤੇ, ਘੱਟੋ ਘੱਟ ਕਿਸਾਨ ਖੁਦਕਸ਼ੀਆਂ ਦੇ ਪ੍ਰੋਗਰਾਮ ਦੇ ਉੱਤੇ ਇੱਕ ਆਪਸੀ ਤਾਲਮੇਲ ਹੋਣਾ ਚਾਹੀਦਾ ਹੈ। ਉਸ ਦੇ ਉੱਪਰ ਰਲ ਮਿਲ ਕੇ ਕੰਮ ਹੋਣਾ ਚਾਹੀਦਾ ਹੈ ਕਿ ਕਮ ਸੇ ਕਮ ਅਸੀਂ ਯਾਰ ਆਪਣੇ ਮੱਥੇ ਤੇ ਇਹ ਕਲੰਕ ਤਾਂ ਨਾ ਲਈਏ ਕਿ ਪੰਜਾਬ ਦਾ ਕਿਸਾਨ ਜਿਹੜਾ ਹੈਗਾ ਉਹ ਖੁਦਕੁਸ਼ੀ ਦੇ ਨਾਲ ਮਰੇ। ਇਸ ਗੱਲ ਦੀ ਅੱਜ ਤੋਂ ਹੀ ਜਿਸ ਦਿਨ ਪਹਿਲੀ ਖੁਦਕੁਸ਼ੀ ਹੋਈ ਸੀ, ਸਾਨੂੰ ਇਸ ਗੱਲ ਦੇ ਉੱਤੇ, ਇਸ ਵਿਸ਼ੇ ਦੇ ਉੱਤੇ, ਚਾਹੇ ਕਿਸੇ ਦੀ ਵੀ ਸਰਕਾਰ ਸੀ, ਚਾਹੇ ਹੁਣ ਕਿਸੇ ਦੀ ਸਰਕਾਰ ਹੋਵੇ, ਸਾਨੂੰ ਇਸ ਗੱਲ ਦੇ ਉੱਤੇ ਇਹ ਸਾਡੀ ਸ਼ਾਨ ਦੇ ਉੱਪਰ ਧੱਬਾ ਸਮਝਣਾ ਚਾਹੀਦਾ ਸੀ ਸਾਨੂੰ ਕਿ ਪੰਜਾਬ ਦਾ ਕਿਸਾਨ ਖੁਦਕੁਸ਼ੀ ਕਰੇ ਯਾਰ। ਸਾਰੀ ਦੁਨੀਆ ਦਾ ਢਿੱਡ ਭਰਨ ਵਾਲਾ, ਸਾਰੀ ਦੁਨੀਆ ਦੇ ਵਿੱਚ ਮਤਲਬ ਆਪਣੀ ਮਿਹਨਤ ਦੇ ਸਦਕਾ ਆਪਣੇ ਦਮਗਜੇ ਮਾਰਨ ਵਾਲਾ ਪੰਜਾਬ ਦਾ ਕਿਸਾਨ ਉਹ ਖੁਦਕੁਸ਼ੀ ਕਰੇ ਤਾਂ ਇਹਦੇ ਨਾਲ ਤਾਂ ਸਾਡੇ ਸਾਰੇ ਪੁਰਾਤਨ ਇਤਿਹਾਸ ਦੇ ਉੱਤੇ ਹੀ ਧੱਬਾ ਲੱਗਦਾ। ਉਹ ਤੁਹਾਡੀ ਸਾਰੀ ਗੱਲ ਨਾਲ ਸਹਿਮਤ ਹੋ ਜਾਣਾ ਮੈਂ, ਪਰ ਜੇ ਤੁਸੀਂ ਗੱਲ ਕੀਤੀ ਹੈ ਕਿਸਾਨ ਜਥੇਬੰਦੀਆਂ ਦੀ, ਜੀ ਕਿਸਾਨ ਜਥੇਬੰਦੀਆਂ ਲੰਮੇ ਸਮੇਂ ਤੋਂ ਪੰਜਾਬ ਦੇ ਵਿੱਚ ਬੜੀਆਂ ਨੇ, ਆਪੋ ਆਪਣੇ ਤਰੀਕੇ ਨਾਲ ਕੰਮ ਕਰਦੀਆਂ ਨੇ। ਕਿਸਾਨ ਦੇ ਲਈ ਕੀ ਐਸਾ ਲੈ ਕੇ ਆਈਆਂ ਨੇ ਜਿਹਨੂੰ ਵੇਖ ਕੇ ਕਿਸਾਨ ਕਹਿ ਸਕਦਾ ਹੋਵੇ ਵੀ ਹਾਂ ਸਾਡੀਆਂ ਜਥੇਬੰਦੀਆਂ ਨੇ ਆਹ ਚੀਜ਼ ਸਾਨੂੰ ਲਿਆ ਕੇ ਦਿੱਤੀ, ਅਸੀਂ ਸਖਾਲੇ ਹੋ ਗਏ? ਜਥੇਬੰਦੀਆਂ ਤਾਂ ਮਖੂ ਸਾਹਿਬ ਫਿਰ ਗੱਲ ਉਹ ਹੀ ਹੈ, ਲੰਬਾ ਖਲਾਰਾ ਪੈਂਦਾ ਗੱਲਾਂ ਦਾ, ਕਿੰਨੀਆਂ ਕੁ ਗੱਲਾਂ ਕਰਾਂਗੇ। ਜਥੇਬੰਦੀਆਂ ਸਾਰੀਆਂ ਰਾਜਨੀਤਿਕ ਹੈ, ਰਾਜਨੀਤਿਕ ਪਾਰਟੀਆਂ ਦੇ ਵਿੰਗ ਖੜੇ ਕੀਤੇ ਹੋਏ ਆ, ਠੀਕ ਹੈ ਜੀ। ਅਕਾਲੀਆਂ ਦੀ ਜਥੇਬੰਦੀ ਬਣਾਈ ਹੋਈ ਹੈ। ਹੁਣ ਤੁਸੀਂ ਮਤਲਬ ਮੈਂ ਕਿਹਦਾ ਨਾਂ ਲਵਾਂ, ਫਿਰ ਉਹੀ ਗੱਲ, ਇਹ ਜਿਹੜੇ ਆਪਣੇ ਲੱਖੋਵਾਲ ਸਾਹਿਬ ਹੈ। ਹੁਣ ਜੇ ਆਪਾਂ ਗੱਲ ਕਰਨੀ ਹੋਵੇ ਬਾਦਲ ਸਾਹਿਬ ਦੀ, ਤੇ ਬਾਦਲ ਸਾਹਿਬ ਨੇ ਤਾਂ 10 ਸਾਲ ਲੱਖੋਵਾਲ ਸਾਹਿਬ ਨੂੰ ਕੈਬਨਿਟ ਰੈਂਕ ਦੇਤਾ, ਔਰ ਲੱਖੋਵਾਲ ਸਾਹਿਬ ਜਿਹੜੇ ਸੀਗੇ ਉਹ ਮਤਲਬ ਕਿਸਾਨ ਲੀਡਰ ਸੀ ਸਾਡੇ। ਔਰ ਜੇ ਬਾਦਲ ਸਾਹਿਬ ਤਾਂ ਅੱਜ ਆਪਾਂ ਬਾਦਲ ਪਿੰਡ ਚਲੇ ਜਾਂਦੇ ਆ, ਉਹਨਾਂ ਨੂੰ ਜੇ ਆਪਾਂ ਕਹਿੰਦੇ ਆ ਜੀ ਕਿਸਾਨ ਖੁਦਕੁਸ਼ੀਆਂ, ਉਹ ਕਹਿਣਗੇ ਜੀ ਤੁਹਾਡੀ ਆਰਗੇਨਾਈਜੇਸ਼ਨ ਦਾ ਹੈੱਡ ਸੀਗਾ, ਉਹਨੂੰ ਮੈਂ ਕੈਬਨਿਟ ਰੈਂਕ ਦਿੱਤਾ ਸੀ, ਤੂੰ ਕਰ ਲੈਂਦੇ ਜੋ ਕੁਝ ਕਰਨਾ ਸੀ, ਮੈਂ ਕੋਈ ਹੱਥ ਫੜਿਆ ਸੀ। ਇਹ ਬੜੀ ਮਤਲਬ ਜਿਹੜੀ ਸਾਰੀ ਗੇਮ ਹੋ ਰਹੀ ਹੈ। ਇਸੇ ਕਰਕੇ ਬੇਨਤੀ ਕਰਦੇ ਆ ਕਿ ਇਹਨਾਂ ਨੂੰ ਮੈਂ ਮਿਨੀਮਮ ਪ੍ਰੋਗਰਾਮ ਤੇ ਤਾਂ ਕਿਹਾ, ਇਹਨਾਂ ਨੇ ਹਟਣਾ ਨਹੀਂ ਹੈ, ਇਹਨਾਂ ਨੇ ਰਾਜਨੀਤੀਆਂ ਕਰਨੀਆਂ। ਇਹ ਰਾਜਨੀਤਿਕ ਲੋਕ ਨੇ ਅਸਲ ਦੇ ਵਿੱਚ। ਜੇ ਕਿਸਾਨਾਂ ਦੇ ਹਮਦਰਦ ਹੁੰਦੇ, ਜੇ ਕਿਸਾਨ ਦੀ ਹਮਦਰਦ ਸੰਗਠਨ ਵਿੱਚ ਕੋਈ ਛੋਟੇ-ਮੋਟੇ ਸੰਗਠਨ ਹੈਗੇ ਆ, ਕੰਮ ਕਰ ਰਹੇ ਆ, ਪਰ ਮੈਂ ਕਿਸੇ ਦਾ ਨਾਂ ਨਹੀਂ ਲਊਂਗਾ ਕਿਉਂਕਿ ਮਤਲਬ ਉਹ ਮੀਡੀਆ ਦੇ ਵਿੱਚ ਨਾਮ ਲੈਣ ਦੇ ਨਾਲ ਗੱਲ ਹੋਰ ਹੋ ਜਾਂਦੀ ਹੈ। ਉਹ ਕਿਸਾਨ ਆਪ ਦੇਖਣਗੇ ਕਿ ਜੇਕਰ ਕੋਈ ਛੋਟੇ-ਮੋਟੇ ਆਰਗੇਨਾਈਜੇਸ਼ਨਸ ਜਿਹੜੀਆਂ ਕੰਮ ਕਰ ਰਹੀਆਂ ਉਹਨਾਂ ਨੂੰ ਉਹ ਅੰਦਰ ਵੜ ਕੇ ਵੇਖਣਗੇ, ਔਰ ਅਗਰ ਉਹ ਠੀਕ ਕੰਮ ਕਰ ਰਹੀਆਂ ਤਾਂ ਉਹਨਾਂ ਨੂੰ ਲੋਕਾਂ ਦਾ ਸਹਿਯੋਗ ਮਿਲੇਗਾ। ਪਰ ਆਪਾਂ ਤਾਂ ਓਵਰਆਲ ਬੇਨਤੀ ਕਰਦੇ ਹਾਂ, ਓਵਰਆਲ ਬੇਨਤੀ ਇਹ ਕਰਦੇ ਹਾਂ ਕਿ ਬਾਕੀ ਕਰੀ ਚੱਲੋ, ਰਾਜਨੀਤੀਆਂ ਕਰੀ ਚੱਲੋ, ਜੋ ਮਰਜ਼ੀ ਤੁਹਾਨੂੰ ਕੈਬਨਿਟ ਰੈਂਕ ਮਿਲਦੇ ਆ ਮਾਣੋ, ਪਰ ਘੱਟੋ ਘੱਟ ਇੱਕ ਮਿਨੀਮਮ ਪ੍ਰੋਗਰਾਮ ਤਾਂ ਬਣਾ ਲਓ। ਤੁਸੀਂ ਕਿਸਾਨ ਦੇ ਸਿਰ ਤੇ ਹਰੀਆਂ ਪੱਗਾਂ ਬੰਨ ਕੇ ਲੋਕਾਂ ਦੇ ਇਕੱਠ ਕਰਕੇ ਤੁਸੀਂ ਇਹ ਰੈਂਕ ਹਾਸਲ ਕਰਦੇ ਹੋ, ਤਾਂ ਤੁਸੀਂ ਘੱਟੋ ਘੱਟ ਮਤਲਬ ਜਿਹਨੂੰ ਕਹਿੰਦੇ ਆ ਉਹ ਪੰਜਾਬੀ ਦੀ ਕਹਾਵਤ ਹੈ ਵੀ ਸ਼ੇਰ ਨਹੀਂ ਤਾਂ ਪੂਣੀ ਤਾਂ ਕੱਤ ਲਓ, ਕੋਈ ਪੂਣੀ ਤਾਂ ਕੱਤ ਲਓ। ਇੱਕ ਸੁਸਾਈਡ ਤਾਂ ਮਤਲਬ ਚਲੋ ਮੰਨ ਲਓ, ਬਾਕੀ ਸਾਰੀਆਂ ਗੱਲਾਂ ਛੱਡ ਦਈਏ, ਜਦੋਂ ਗੱਲ ਸੁਸਾਈਡ ਤੇ ਆ ਗਈ ਤੇ ਸੁਸਾਈਡ ਤੋਂ ਅਗਲੀ ਕੋਈ ਗੱਲ ਹੋਰ ਹੁੰਦੀ ਹੈ? ਨਹੀਂ, ਮੈਨੂੰ ਤਾਂ ਨਹੀਂ ਲੱਗਦਾ ਵੀ ਇਦੋਂ ਗਾਂ ਵੀ ਕੋਈ ਗੱਲ ਹੁੰਦੀ ਹੈ। ਸੋ ਇੱਥੇ ਆ ਕੇ ਤਾਂ ਕਮ ਸੇ ਕਮ ਇਹਨਾਂ ਨੂੰ ਇਹ ਗੱਲ ਸੋਚਣੀ ਚਾਹੀਦੀ ਸੀ, ਚਾਹੇ ਉਹ ਕੋਈ ਵੀ ਗਰੁੱਪ ਹੈ, ਚਾਹੇ ਉਹ ਕਿਸੇ ਵੀ ਪਾਰਟੀ ਦੇ ਨਾਲ ਸੰਬੰਧਿਤ ਗਰੁੱਪ ਹੈ, ਉਹਨਾਂ ਨੂੰ ਘੱਟੋ ਘੱਟ ਦੋਨਾਂ ਤਿੰਨਾਂ ਮੇਨ ਪਾਰਟੀਆਂ ਦੇ ਨਾਲ ਬੈਠ ਕੇ ਇੱਕ ਮਿਨੀਮਮ ਪ੍ਰੋਗਰਾਮ ਦੇ ਉੱਪਰ ਕੰਮ ਕਰਨਾ ਚਾਹੀਦਾ ਹੈ। ਇੱਕ ਮਤਲਬ ਸਕੱਤਰੇ ਤੇ ਬਾਹਰ ਖੜ ਕੇ ਮੈਂ ਕਹਿੰਦਾ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਹੈੱਡ ਔਰ ਸਾਰੀਆਂ ਕਿਸਾਨ ਆਰਗੇਨਾਈਜੇਸ਼ਨ ਦੇ ਹੈੱਡ, ਇਹਨਾਂ ਨੂੰ ਇੱਕ ਕਸਮ ਚੁੱਕਣੀ ਚਾਹੀਦੀ ਹੈ ਉੱਥੇ ਖੜ ਕੇ, ਇੱਕ ਦੂਜੇ ਦੇ ਹੱਥ 'ਚ ਹੱਥ ਪਾ ਕੇ, ਕਿ ਅਸੀਂ ਅੱਜ ਕਸਮ ਚੁੱਕਦੇ ਹਾਂ ਔਰ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਕਿ ਆਪਾਂ ਮਤਲਬ ਜਿਹੜਾ ਹੈਗਾ ਅੱਜ ਤੋਂ ਬਾਅਦ
ਕਿਸੇ ਅਖਬਾਰ ਦੇ ਉੱਪਰ ਇਹ ਸੁਰਖੀ ਨਾ ਪੜਨ ਨੂੰ ਮਿਲੇ ਕਿ ਪੰਜਾਬ ਦੇ ਕਿਸਾਨ ਨੇ ਸੁਸਾਈਡ ਕਰ ਲਿਆ। ਅਗਰ ਕੋਈ ਇਸ ਤਰ੍ਹਾਂ ਦੇ ਪ੍ਰੋਗਰਾਮ ਦੇ ਉੱਪਰ ਇਹ ਨਹੀਂ ਗੱਲ ਹੈਗਾ ਕਿ ਇਕੱਲਾ ਕਹਿਣ ਦੇ ਨਾਲ ਹੋ ਜਾਏਗਾ। ਇਹਦੇ ਉੱਤੇ ਕੋਈ ਪ੍ਰੋਗਰਾਮ ਲਿਖਿਆ ਜਾਵੇ, ਕੋਈ ਬਜਟ ਰੱਖੇ ਜਾਣ, ਕੋਈ ਵੱਡੇ ਲੈਵਲ ਤੇ ਬਜਟ ਰੱਖੇ ਜਾਣ ਔਰ ਕੋਈ ਨੀਤੀ ਜਿਹੜੀ ਹੈ ਉਸ ਤਰੀਕੇ ਦੀ ਤਿਆਰ ਕੀਤੀ ਜਾਵੇ ਔਰ ਛੋਟੇ ਕਿਸਾਨ ਨੀਤੀ ਬਣਾਏ ਬਿਨਾਂ ਕਿਸਾਨ ਦਾ ਹੱਲ ਨਹੀਂ ਹੈ, ਕੋਈ ਹੱਲ ਨਹੀਂ ਹੋਏਗਾ। ਠੀਕ ਹੈ, ਅਸੀਂ ਸਿਰਾਂ ਦੇ ਉੱਪਰ ਦਸਤਾਰਾਂ ਇੱਕੋ ਜਿਹੀਆਂ ਸਜਾ ਦਿਆਂਗੇ। ਅੱਜ ਆਪਾਂ ਚੰਡੀਗੜ੍ਹ ਚੱਲੇ ਆ, ਮਟਕਾ ਚੌਂਕ ਚੱਲੇ ਆ, ਕਿਤੇ ਵੀ ਚਲੇ ਜਾਵਾਂਗੇ, ਬਿਲਕੁਲ ਇਹਦੇ ਨਾਲ ਮਸਲਾ ਹੱਲ ਨਹੀਂ ਹੋਣਾ। ਨੀਤੀ ਬਣਾਉਣੀ ਪੈਣੀ, ਪਰ ਨੀਤੀ ਜੇ ਕਿਸਾਨ ਯੂਨੀਅਨ ਨੂੰ ਪੁੱਛੋ ਕਹਿੰਦੇ ਨੀਤੀ ਅਸੀਂ ਥੋੜਾ ਬਣਾਉਣੀ, ਨੀਤੀ ਤੇ ਸਰਕਾਰਾਂ ਨੇ ਬਣਾਉਣੀ ਹੈ। ਇੱਥੇ ਹੀ ਫਰਕ ਹੈ ਜੀ, ਇੱਥੇ ਹੀ ਫਰਕ ਹੈ। ਦੇਖੋ ਕਿਸਾਨ ਆਰਗੇਨਾਈਜੇਸ਼ਨਸ ਜਿਹੜੀਆਂ ਹੈਗੀਆਂ ਅਸਲ ਦੇ ਵਿੱਚ ਕੀ ਹੈ ਕਿ ਇੱਕ ਸਾਡੇ ਤਾਂ ਨਾ ਮਤਲਬ ਹੁਣ ਫਿਰ ਬੜਿਆਂ ਨੂੰ ਇਹ ਗੱਲ ਭੈੜੀ ਲੱਗੂਗੀ ਵੀ ਸਾਡਾ ਇੱਕ ਟੋਲਾ ਇਕੱਠਾ ਹੋ ਜਾਂਦੇ ਅਸੀਂ। ਸਿਰਫ ਇੱਕ ਇਸ ਗੱਲ ਨਾਲ ਮਤਲਬ ਨਹੀਂ ਹੁੰਦਾ। ਕਿਸਾਨ ਆਰਗੇਨਾਈਜੇਸ਼ਨ ਜਿਹੜੀਆਂ ਹੈਗੀਆਂ, ਕਿਸਾਨ ਆਰਗੇਨਾਈਜੇਸ਼ਨ ਦੇ ਵਿੱਚ ਅੱਗੇ ਉਹਨਾਂ ਦੇ ਵਿੰਗ ਹੋਣੇ ਚਾਹੀਦੇ ਆ। ਉਹ ਇਸ ਗੱਲ ਦੇ ਉੱਪਰ ਮਤਲਬ ਉਹ ਕੰਮ ਕਰਨ ਕਿ ਇੱਕ ਮਾਰਜਨਲ ਕਿਸਾਨ ਵਾਸਤੇ ਕਿਸ ਤਰ੍ਹਾਂ ਦੀ ਡਿਮਾਂਡ ਰੱਖੀਏ, ਅਸੀਂ ਕੀ ਕੀਤਾ ਜਾਵੇ ਸਰਕਾਰ ਦੇ ਉੱਤੇ। ਕੀ ਅਸੀਂ ਇਕੱਲਾ ਧਰਨਾ ਲਾਉਣਾ ਹੀ ਸਾਡਾ ਕੰਮ ਹੈ ਜਾਂ ਇੱਕ ਮਤਲਬ ਕਿਸੇ ਥਾਂ ਤੇ ਕੋਈ ਰੈਲੀ ਕਰਦੇ ਨਹੀਂ ਸਾਡਾ ਕੰਮ ਹੈ। ਇੱਥੋਂ ਹੀ ਤਾਂ ਪਤਾ ਲੱਗਦਾ ਕਿ ਅਸੀਂ ਨਿਰੋਲ ਮਤਲਬ ਰਾਜਨੀਤਿਕ ਕੰਮ ਕਰ ਰਹੇ ਹਾਂ। ਇੱਕ ਆਰਗੇਨਾਈਜੇਸ਼ਨ ਦੇ ਮਖੂ ਸਾਹਿਬ ਅੱਗੇ ਵਿੰਗ ਹੋਣੇ ਚਾਹੀਦੇ ਆ। ਉਹ ਵਿੰਗ ਜਿਹੜਾ ਹੈਗਾ ਇੱਕ ਵਿੰਗ ਇਸ ਗੱਲ ਦੇ ਉੱਪਰ ਰਿਸਰਚ ਕਰ ਰਿਹਾ ਹੋਵੇ। ਮਤਲਬ ਮੰਨ ਲਓ ਕਿਸੇ ਇੱਕ ਗਰੁੱਪ ਦੀ ਗੱਲ ਕਰ ਲਓ, ਚਾਹੇ ਅੱਜ ਭਾਰਤੀ ਕਿਸਾਨ ਯੂਨੀਅਨ ਦਾ ਆਪਾਂ ਕਿਸੇ ਦਾ ਨਾਂ ਨਹੀਂ ਲੈਂਦੇ, ABC ਕੋਈ ਗਰੁੱਪ ਹੈ, ਉਹ ਸਾਨੂੰ ਦਿਖਾਉਣ ਤਾਂ ਸਹੀ ਵੀ ਆਹ ਸਾਡਾ ਜਿਹੜਾ ਅਸੀਂ ਸਾਡੇ ਆਹ ਪੰਜ ਬੰਦੇ ਇਹ ਇਹਨਾਂ ਗੱਲਾਂ ਦੇ ਇੰਟੈਕਚੁਅਲ ਨੇ, ਇਹ ਇਕਨੋਮਿਸਟ ਨੇ, ਇੱਥੇ ਸਰਦਾਰਾ ਸਿੰਘ ਜੌਹਲ ਵਰਗੇ ਬੰਦੇ ਬੈਠੇ ਆ, ਉਹਨਾਂ ਦੀ ਰਾਏ ਲਈ ਜਾ ਸਕਦੀ ਹੈ। ਉਹ ਉਸ ਵਿਸ਼ੇ ਦੇ ਉੱਤੇ ਕੰਮ ਕਰਨ, ਇੱਕ ਪਲਾਨ ਤਿਆਰ ਕਰਨ, ਉਸ ਤੋਂ ਬਾਅਦ ਉਹ ਪਲਾਨ ਤਿਆਰ ਕਰਕੇ ਪਹਿਲਾਂ ਪਬਲਿਕ ਦੇ ਵਿੱਚ ਰੱਖਣ, ਕਿਸਾਨਾਂ ਦੇ ਵਿੱਚ ਰੱਖਣ ਕਿ ਆਹ ਪਲਾਨ ਤਿਆਰ ਕੀਤਾ ਹੈ ਅਸੀਂ ਆਪਣੀ ਮਿਹਨਤ ਦੇ ਨਾਲ, ਔਰ ਉਸ ਤੋਂ ਬਾਅਦ ਉਹ ਮਤਲਬ ਜਿਹੜਾ ਵੀ ਮੌਜੂਦਾ ਮੁੱਖ ਮੰਤਰੀ ਹੋਵੇ ਉਹਦੇ ਟੇਬਲ ਤੇ ਰੱਖਣ ਤਾਂ ਉਹ ਇੱਕ ਮੰਗ ਬਣ ਜੇ। ਔਰ ਹੋ ਸਕਦਾ ਹੈ ਮੁੱਖ ਮੰਤਰੀ ਸਾਹਿਬ ਵੀ ਅੱਜ ਕੱਲ੍ਹ ਵਾਲੇ ਮੁੱਖ ਮੰਤਰੀ ਜਿਹੜੇ ਹੈਗੇ ਤੁਹਾਨੂੰ ਪਤਾ ਇੰਨੇ ਮਸ਼ਰੂਫ ਹੈ, ਉਹਨਾਂ ਕੋਲ ਇੰਨਾ ਕਿੱਥੇ ਟਾਈਮ ਹੈਗਾ ਕਿ ਉਹ ਆਪ ਮਿਹਨਤ ਕਰ ਲੈਣਗੇ ਜਾਂ ਕੁਛ। ਉਹਨਾਂ ਨੇ ਤਾਂ ਇੱਕ ਜਿਹੜੀ ਜਿਹੜੀ ਪੋਲੀਟੀਕਲ ਸਟੰਟਬਾਜੀ ਜਿਹੜੀ ਸੀਗੀ ਕਿ ਉਹ ਦੂਸਰਾ ਕਹਿੰਦਾ ਮੈਂ ਐਂ ਕਰ ਦੂੰ ਤੇ ਇਹ ਕਹਿੰਦੇ ਜੀ ਮੈਂ ਉਦੋਂ ਵੀ ਅੱਗੇ ਕਰ ਦੂੰ, ਉਹ ਕਹਿੰਦਾ ਮੈਂ ਕਰਜ਼ਾ ਮਾਫ ਕਰ ਦੂੰ, ਇਹ ਕਹਿੰਦਾ ਮੈਂ ਸਾਰੇ ਕਰਜ਼ੇ ਮਾਫ ਕਰ ਦੂੰ, ਉਹ ਕਹਿੰਦੇ ਜੀ ਅਸੀਂ ਨਸ਼ਾ ਖਤਮ ਕਰ ਦੇਂਗੇ, ਇਹ ਕਹਿੰਦਾ ਮੈਂ ਇੰਨੇ ਘੰਟਿਆਂ 'ਚ ਕਰ ਦੂੰ। ਇਹ ਤਾਂ ਗੱਲਾਂ ਹੈਗੀਆਂ ਨੇ ਸਾਰੀਆਂ ਪੋਲੀਟੀਕਲ। ਪਰ ਇਸ ਤੋਂ ਅੱਗੇ ਜਾ ਕੇ ਜਦੋਂ ਗੱਲ ਸੁਸਾਈਡਸ ਦੀ ਆ ਗਈ ਉੱਥੇ ਕੁਛ ਨਾ ਕੁਛ ਸਾਨੂੰ ਸਿੰਸੀਅਰ ਕੰਮ ਵੀ ਕਰਨੇ ਚਾਹੀਦੇ ਆ। ਇਹ ਸਾਰੀ ਲਿਫਾਫੇਬਾਜ਼ੀ ਜਿਹੜੀ ਹੈਗੀ ਹੈ ਲੋਕ ਵੇਖ ਚੁੱਕੇ ਆ, ਲੋਕਾਂ ਨੂੰ ਪਤਾ ਹੈ, ਭਲੀ ਭਾਂਤ ਪਤਾ ਹੈ ਕਿ ਇਹ ਲਿਫਾਫੇਬਾਜ਼ੀ ਹੈ। ਠੀਕ ਹੈ, ਕਿਉਂਕਿ ਲੋਕਾਂ ਦੇ ਹੁਣ ਬਸ ਨਹੀਂ, ਲੋਕਾਂ ਨੇ ਤਾਂ ਇੱਕ ਵਾਰੀ 5 ਸਾਲ ਵਾਸਤੇ ਜਿਹਨੂੰ ਵੀ ਚੁਣ ਕੇ ਭੇਜਤਾ 5 ਸਾਲ ਤਾਂ ਵੇਟ ਕਰਨਾ ਹੀ ਪੈਂਦਾ। ਦੂਸਰੀ ਗੱਲ ਹੈ ਕੋਈ ਅਲਟਰਨੇਟ ਨਹੀਂ ਲੱਭਦਾ, ਇਹਨਾਂ ਨੂੰ ਹੀ ਅਦਲ ਬਦਲ ਕਰਕੇ ਦੇਖਣਾ। ਸੋ ਇਸ ਕਰਕੇ ਮੈਂ ਇਹ ਸਮਝਦਾ ਕਿ ਜੇਕਰ ਆਰਗੇਨਾਈਜੇਸ਼ਨਸ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਕਿ ਉਹ ਕਹਿੰਦੀਆਂ ਨੇ ਕਿ ਅਸੀਂ ਕੀ ਕਰੀਏ, ਸਭ ਤੋਂ ਵੱਡੀ ਕਮਜ਼ੋਰੀ ਸਾਡੀ ਕਿਸਾਨੀ ਦੀ, ਜਦੋਂ ਕਿਸਾਨੀ ਦੀ ਗੱਲ ਕਰਾਂਗੇ ਤਾਂ ਕਿਸਾਨੀ ਦੇ ਮਸਲੇ ਦੇ ਮਾਮਲੇ ਦੇ ਵਿੱਚ ਸਭ ਤੋਂ ਵੱਡੀ ਕਮਜ਼ੋਰੀ ਮੈਂ ਸਮਝਦਾ ਉਹ ਇਹ ਹੈ ਕਿ ਸਾਡੀਆਂ ਆਰਗੇਨਾਈਜੇਸ਼ਨਸ ਦੇ ਵਿੱਚ, ਸਾਡੇ ਸੰਗਠਨਾਂ ਦੇ ਵਿੱਚ ਅਜੇ ਉਹ ਕੁਆਲਿਟੀ ਨਹੀਂ ਬਣ ਸਕੀ ਜਿਹੜੀ ਇੱਕ ਪ੍ਰੋਫੈਸ਼ਨ ਨੂੰ, ਇੱਕ ਪ੍ਰੋਫੈਸ਼ਨ ਹੈ ਨਾ ਖੇਤੀ, ਅੱਜ 21ਵੀਂ ਸਦੀ ਦੇ ਵਿੱਚ ਬੈਠੇ ਹਾਂ ਅਸੀਂ। ਸੋ ਇੱਥੇ ਇੱਕ ਪ੍ਰੋਫੈਸ਼ਨ ਹੈ, ਇਸ ਪ੍ਰੋਫੈਸ਼ਨ ਦੇ ਵਿੱਚ ਜਿਹੜੀ ਆਰਗੇਨਾਈਜੇਸ਼ਨ ਵੀ ਉਹਨੂੰ ਡੀਲ ਕਰਦੀ ਹੈ, ਉਹਨੇ ਜੇ ਆਪਣੇ ਆਪ ਨੂੰ ਕਿਸਾਨਾਂ ਦੀ ਹਮਦਰਦ ਕਹਿੰਦੀ ਆ ਔਰ ਆਪਣੇ ਆਪ ਨੂੰ ਅੱਗੇ ਉਹਨੇ ਕਿਸਾਨਾਂ ਦੇ ਅੱਗੇ ਰੱਖਣਾ ਹੈ, ਠੀਕ ਹੈ ਨਾ, ਕਿ ਮੇਰੇ ਵਿੱਚ ਆਹ ਕੁਆਲਿਟੀਜ਼ ਨੇ, ਤਾਂ ਉਹ ਇਸ ਤਰ੍ਹਾਂ ਦੇ ਕੰਮ ਕਰੇ। ਜਦੋਂ ਇਹ ਕੰਮ ਕਰੂਗੀ ਉਹ ਪਲਾਨ ਬਣਾਵੇ, ਉਹ ਪਲਾਨ ਬਣਾ ਕੇ ਉਹ ਕਿਸਾਨਾਂ ਨੂੰ ਦੱਸੇ ਕਿ ਮੈਂ 5 ਸਾਲ ਮਿਹਨਤ ਕੀਤੀ, ਆਹ 5 ਬੰਦੇ ਐਡੇ ਇੰਟੈਕਚੁਅਲ ਬੰਦੇ, ਇਹਨਾਂ ਨੇ ਸਾਰੀ ਰਿਸਰਚ ਕੀਤੀ, ਪਿੰਡ ਜਾ ਗਏ, ਇਹਨਾਂ ਨੇ ਆਹ ਪਲਾਨ ਤਿਆਰ ਕੀਤਾ, ਇਹ ਅੱਜ ਲੈ ਕੇ ਚੱਲੇ ਅਸੀਂ ਮੁੱਖ ਮੰਤਰੀ ਸਾਹਿਬ ਕੋਲੇ, ਦੇਖਦੇ ਆ ਉਹ ਮੰਨਦੇ ਆ ਕਿ ਨਹੀਂ ਮੰਨਦੇ। ਕਿਸਾਨੋ ਤੁਸੀਂ ਇਸ ਗੱਲ ਦੇ ਵਿੱਚ ਸਾਡਾ ਸਾਥ ਦੇਣਾ, ਚਾਹੇ ਤੁਸੀਂ ਅਕਾਲੀ ਹੋਵੋ ਚਾਹੇ ਕਾਂਗਰਸੀ ਹੋਵੋ, ਇਹ ਕਿਸੇ ਇੱਕ ਵਾਸਤੇ ਨਹੀਂ ਹੈ, ਇਹ ਸਾਰੇ ਪੰਜਾਬ ਦੇ ਕਿਸਾਨਾਂ ਵਾਸਤੇ ਹੈ, ਖੁਦਕੁਸ਼ੀਆਂ ਰੋਕਣ ਵਾਸਤੇ ਹੈ। ਉਹ ਜਾਣ ਤੇ ਔਰ ਉਹਨਾਂ ਨੂੰ ਔਰ ਨਾਲ ਇਸ ਗੱਲ ਦਾ ਪਤਾ ਲੱਗੇ ਕਿ ਕੀ ਉਹ ਉੱਥੇ ਜਿਹੜੇ ਬੈਠੇ ਨੇ ਕੀ ਉਹ ਵਾਕਈ ਕਿਸਾਨ ਹਮਦਰਦ ਨੇ ਕਿ ਉਹ ਮਤਲਬ ਜਿਹੜੀ ਹੈਗੀ ਹੈ ਉਹ ਕੱਲੀਆਂ ਵੋਟਾਂ ਬਟੋਰਨ ਵਾਲੇ ਬੰਦੇ ਨੇ। ਸੋ ਇਹ ਸਾਰੀ ਮਤਲਬ ਜਿਹੜੀ ਗੱਲ ਹੈ ਮੈਂ ਤਾਂ ਇਹ ਸਮਝਦਾ ਕਿ ਆਰਗੇਨਾਈਜੇਸ਼ਨ ਕਹਿ ਲਈਏ ਵੀ ਸਰਕਾਰਾਂ ਵੀ ਗੁੰਮਰਾਹ ਕਰਦੀਆਂ ਪਈਆਂ ਨੇ ਤੇ ਜਿਹੜੀਆਂ ਜਥੇਬੰਦੀਆਂ ਨੇ ਫਿਰ ਤੁਹਾਡੇ ਮੁਤਾਬਕ ਉਹ ਵੀ ਗੁੰਮਰਾਹ ਕਰ ਰਹੀਆਂ ਨੇ ਕਿਸਾਨ ਨੂੰ। ਉਹਨਾਂ ਦੇ ਵਿੰਗ ਨੇ ਜੀ, ਹੈ ਹੀ ਉਹਨਾਂ ਦੇ ਵਿੰਗ ਨੇ। ਔਰ ਇਸ ਕਰਕੇ ਹੀ ਅੱਜ ਜੇ ਜਿਹਨੂੰ ਪੰਜਾਬੀ 'ਚ ਕਹਿੰਦੇ ਆ ਨਾ ਕਿ ਫੂਕ ਕੱਢਣੀ, ਇਹ ਫੂਕ ਕੱਢੀ ਜਾ ਰਹੀ ਆ ਕਿਉਂਕਿ ਤਾਂ ਕਿ ਕੋਈ ਹੋਰ ਵਿੰਗ ਜਿਹੜਾ ਹੈਗਾ ਉਹ ਜਿਹੜਾ ਓਰੀਜਨਲ ਰੂਪ ਦੇ ਵਿੱਚ ਕੋਈ ਵਿੰਗ ਹੋਵੇ ਉਹ ਅੱਗੇ ਸਮਰੱਥ ਨਾ ਬਣ ਸਕੇ। ਇਸ ਕਰਕੇ ਇਹਨਾਂ ਦੇ ਆਪਣੇ ਵਿੰਗ ਜਿਹੜੇ ਆ ਉਹ 'ਚ ਕੁਛ ਨਾ ਕੁਛ ਕੰਮ ਕਰਦੇ ਰਹਿੰਦੇ ਆ
ਔਰ ਸਾਡੇ ਕਿਸਾਨਾਂ ਨੂੰ ਮੈਂ ਸਮਝਦਾ ਮਤਲਬ ਮੈਂ ਇਹ ਬੇਨਤੀ ਕਰੂੰਗਾ ਕਿਸਾਨਾਂ ਨੂੰ, ਅੱਜ ਸੋਸ਼ਲ ਮੀਡੀਆ ਨਾਲ ਜੁੜਿਆ ਕਿਸਾਨ ਦਾ ਪੁੱਤ, ਅੱਜ ਉਹਦੇ ਹੱਥ ਦੇ ਵਿੱਚ ਐਂਡਰਾਇਡ ਮੋਬਾਈਲ ਦਾ ਫਾਇਦਾ ਫੇਰ ਹੈ। ਮੈਂ ਇਹ ਸਮਝੂੰਗਾ ਕਿ ਅੱਜ ਪੰਜਾਬ ਦੇ ਕਿਸਾਨ ਦੇ ਪੁੱਤਰ ਦਾ ਐਂਡਰਾਇਡ ਹੱਥ ਦੇ ਵਿੱਚ ਉਹਦੇ ਤੇ ਜਿਹੜੇ ਪੈਸੇ ਲਾਏ ਨੇ ਨਾ ਉਹਨੇ ਆਈਫੋਨ ਤੇ, ਉਹਦਾ ਮਤਲਬ ਫੇਰ ਹੈ ਜੇ ਉਹ ਕਮ ਸੇ ਕਮ ਇੱਕ ਗੱਲ ਡਿਸਾਈਡ ਕਰ ਲਵੇ ਕਿ ਉਹ ਕਿਸੇ ਮੇਰੇ ਜਾਂ ਤੁਹਾਡੇ ਕਹਿਣ ਤੇ ਨਹੀਂ, ਉਹ ਆਪਣੇ ਦਿਮਾਗ ਦੇ ਨਾਲ ਇਹ ਗੱਲ ਵੇਖ ਲੇ ਕਿ ਕਿੰਨੇ ਲਟੇਰੇ ਆ ਜਿਹੜੇ ਉਹ ਕਿੰਨੇ ਸਾਨੂੰ ਬੁੱਧੂ ਬਣਾ ਰਹੇ। ਸਿਰਫ ਇਸ ਗੱਲ ਦਾ ਫੈਸਲਾ ਕਰ ਲਵੇ ਪੰਜਾਬ ਦੇ ਕਿਸਾਨ ਦਾ ਪੁੱਤ, ਤੇ ਮੈਂ ਕਹਿੰਦਾ ਜੀ ਕੱਲ ਤੋਂ ਤਬਦੀਲੀਆਂ ਪੰਜਾਬ ਦੇ ਵਿੱਚ ਸ਼ੁਰੂ ਹੋ ਜਾਣਗੀਆਂ। ਕਿਵੇਂ ਤਬਦੀਲੀਆਂ ਆ ਜਾਣਗੀਆਂ? ਕਿਉਂਕਿ ਜੇ ਆਪਾਂ ਕਿਸਾਨ ਜਥੇਬੰਦੀਆਂ ਨੂੰ ਇੱਕ ਪਾਸੇ ਕਰ ਦਿੰਦੇ ਆ, ਸਰਕਾਰਾਂ ਨੂੰ ਆਪਾਂ ਇੱਕ ਪਾਸੇ ਕਰ ਦਿੰਦੇ ਆ ਜੀ, ਤੇ ਤਬਦੀਲੀ ਕਿਵੇਂ ਆਏਗੀ? ਕਿਸਾਨ ਇਕੱਲਾ ਕੀ ਕਰ ਲੇਗਾ? ਮਖੂ ਸਾਹਿਬ, ਸਭ ਤੋਂ ਪਹਿਲਾਂ ਜਦੋਂ ਤੁਸੀਂ ਮਕਾਨ ਬਣਾਉਣੇ ਹੋ ਪਹਿਲਾਂ ਥਾਂ ਸਾਫ਼ ਹੁੰਦਾ ਹੈ। ਕਦੇ ਝਾੜੀਆਂ ਦੇ ਵਿੱਚ ਨਹੀਂ ਰੱਖੀ ਕਿਸੇ ਨੇ, ਪਹਿਲਾਂ ਥਾਂ ਸਾਫ਼ ਹੁੰਦਾ ਹੈ, ਜਗ੍ਹਾ ਸਾਫ਼ ਹੁੰਦੀ ਹੈ। ਅੱਜ ਪੰਜਾਬ ਦੇ ਕਿਸਾਨ ਦੇ, ਹਰ ਕਿਸਾਨ ਦੇ, ਪੰਜਾਬ ਦੇ ਹਰ ਪੜ੍ਹੇ ਲਿਖੇ ਕਿਸਾਨ, ਨੌਜਵਾਨ ਕਿਸਾਨ ਦੇ ਮੈਂ ਕਹਿੰਦਾ ਅਗਰ ਇਹ ਗੱਲ ਉਹਨੂੰ ਮਤਲਬ ਉਹਨੂੰ ਕਲੀਅਰ ਹੋ ਜਾਵੇ ਕਿ ਬਿਲਕੁਲ ਜਿੰਨੀਆਂ ਆਰਗੇਨਾਈਜੇਸ਼ਨਸ ਨੇ ਜਾਂ ਜਿੰਨੀਆਂ ਪੋਲੀਟੀਕਲ ਪਾਰਟੀਆਂ ਨੇ ਉਹਨੂੰ ਇਹ ਸਾਰੀ ਪ੍ਰੋਬਲਮ ਇੱਥੋਂ ਉੱਠ ਰਹੀ ਹੈ ਕਿ ਅਸੀਂ ਇਹਨਾਂ ਦੇ ਪਿਛਲੱਗੂ ਬਣਦੇ ਹਾਂ। ਇਹਨਾਂ ਪਾਰਟੀਆਂ ਨੂੰ, ਇਹਨਾਂ ਆਰਗੇਨਾਈਜੇਸ਼ਨਸ ਨੂੰ ਪਤਾ ਹੈ ਕਿ ਅਸੀਂ ਇੰਨੇ ਕੁ ਬੰਦੇ ਜਿਹੜੇ ਹੈਗੇ ਆ ਰੈਲੀਆਂ ਦੇ ਵਾਸਤੇ ਸਾਡੇ ਕੋਲੇ ਆ ਹੀ ਜਾਣੇ ਨੇ, ਅਸੀਂ ਪਿਛਲੱਗੂ ਬਣਦੇ ਹਾਂ ਔਰ ਉਹ ਆਪਣਾ ਕੰਮ ਕਰੀ ਜਾਂਦੇ ਨੇ। ਠੀਕ ਹੈ, ਔਰ ਮੈਂ ਇਹ ਜਗ੍ਹਾ ਸਾਫ਼ ਦੀ ਗੱਲ ਇਹ ਕੀਤੀ ਹੈ ਕਿ ਸਾਡਾ ਜਿਹੜਾ ਕਿਸਾਨ ਦੇ ਪੁੱਤਰ ਦਾ ਜਿਹੜਾ ਦਿਮਾਗ ਹੈ, ਅਗਰ ਉਹ ਅੱਜ ਇਹ ਜਾਣ ਜੇ, ਅਗਰ ਉਹ ਇਸ ਗੱਲ ਨੂੰ ਸਮਝ ਜੇ ਔਰ ਉਹ ਇਹਨਾਂ ਨੂੰ ਜਿਹੜਾ ਹੁੰਗਾਰਾ ਦੇਣਾ ਹੈ ਕੱਲਾ ਉਹੀ ਬੰਦ ਕਰ ਦਿੱਤਾ, ਪੋਲੀਟੀਕਲ ਪਾਰਟੀਆਂ ਨੂੰ ਤੇ ਆਰਗੇਨਾਈਜੇਸ਼ਨਸ ਨੂੰ ਕੱਲਾ ਹੁੰਗਾਰਾ ਦੇਣਾ ਹੀ ਬੰਦ ਕਰ ਦਿੱਤਾ, ਇਹਨਾਂ ਨੂੰ ਸਵਾਲ ਕਰਨ ਲੱਗ ਗਿਆ ਉਹ। ਤੇ ਮੈਂ ਇਹ ਨਹੀਂ ਕਹਿੰਦਾ ਕਿ ਇੱਥੇ ਕੋਈ ਹੋਰ ਪਾਰਟੀਆਂ ਖੜੀਆਂ ਹੋਣਗੀਆਂ ਜਾਂ ਹੋਰ ਖੜੀਆਂ ਕਰਨੀਆਂ ਜ਼ਰੂਰੀ ਨੇ, ਉਹ ਰਾਜਨੀਤਿਕ ਲੋਕ ਹੈ ਜਿਹੜੇ ਇਹ ਗੱਲਾਂ ਕਰਦੇ ਨੇ, ਉਹ ਕੋਈ ਆਪਣੀ ਜਗ੍ਹਾ ਭਾਲਣ ਵਾਲੇ ਲੋਕ ਹੁੰਦੇ ਆ ਜਿਹੜੇ ਇਹ ਗੱਲਾਂ ਕਰਦੇ ਆ। ਮੈਂ ਕਹਿੰਦਾ ਇਹਨਾਂ ਲੋਕਾਂ ਦੇ ਵਿੱਚ ਹੀ ਸੁਧਾਰ ਆਏਗਾ। ਤੁਸੀਂ ਅਕਾਲੀ ਦਲ ਦੇ ਵਿੱਚ ਪਿਛਲੇ ਸਮਿਆਂ ਦੇ ਵਿੱਚ ਦੇਖਿਆ ਨਹੀਂ ਹੈ ਕਿੰਨਾ ਉਹਨਾਂ ਦੇ ਲੋਕਾਂ ਨੇ ਕੰਨ ਖਿੱਚੇ, ਔਰ ਪਿਛਲੇ 2-3 ਸਾਲਾਂ ਦੇ ਵਿੱਚ ਅਕਾਲੀ ਦਲ ਦੀ ਜਿਹੜਾ ਮੈਂ ਕੋਈ ਅਕਾਲੀ ਦਲ ਦੀ ਤਰਫਦਾਰੀ ਨਹੀਂ ਕਰਦਾ, ਜਾਂ ਮੈਂ ਨਾ ਕਾਂਗਰਸ ਦੇ ਵਿਰੋਧ 'ਚ ਨਾ ਅਕਾਲੀ ਦਲ ਦੇ ਹੱਕ 'ਚ ਹਾਂ। ਮੇਰਾ ਮਤਲਬ ਕਹਿਣ ਦਾ ਇਹ ਹੈ ਕਿ ਲੋਕਾਂ ਨੇ ਕੰਨ ਖਿੱਚੇ, ਲੋਕਾਂ ਨੇ ਸੜਕਾਂ ਤੇ ਲਿਆਂਦੇ ਉਹ। ਠੀਕ ਹੈ, ਉਹਨਾਂ ਦੇ ਤੌਰ ਤਰੀਕਿਆਂ ਦੇ ਵਿੱਚ ਫਰਕ ਪੈਂਦਾ ਨਜ਼ਰ ਆ ਰਿਹਾ। ਠੀਕ ਹੈ ਨਾ ਜੀ, ਚਾਹੇ ਉਹ ਆਪਕੀ ਜਿਹੜਾ ਪਬਲਿਕ ਪ੍ਰੈਸ਼ਰ ਉਹ ਬਹੁਤ ਵੱਡਾ ਵਰਕ ਕਰਦਾ ਆ, ਕੰਮ ਹੀ ਜਿਹੜਾ ਇਹਨਾਂ ਦੇ ਵਿੱਚ ਜਿਹੜਾ ਆਰਗੇਨਾਈਜੇਸ਼ਨਸ ਦੇ ਵਿੱਚ ਸੁਧਾਰ ਹੈ ਨਾ ਮਖੂ ਸਾਹਿਬ, ਉਹ ਸੁਧਾਰ ਆਉਂਦਾ ਹੀ ਉਦੋਂ ਹੈ ਜਦੋਂ ਪਬਲਿਕ ਪ੍ਰੈਸ਼ਰ ਪਵੇਗਾ, ਜਦੋਂ ਪਬਲਿਕ ਪ੍ਰੈਸ਼ਰ ਜਿਹੜਾ ਹੈਗਾ ਉਹ ਮੇਨਟੇਨ ਹੋਏਗਾ। ਕਿਸਾਨ ਆਪਣਿਆਂ ਤੋਂ ਹੀ ਬਚ ਜਾਵੇ, ਆਪਣਿਆਂ ਤੋਂ ਹੀ ਬਚ ਜਾਵੇ। ਜੀ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਧੰਨਵਾਦੀਆਂ। ਸੋ ਦਰਸ਼ਕੋ, ਇਹ ਸਨ ਡਾਕਟਰ ਹਰਿੰਦਰ ਜੀ ਰਾਜੇ। ਭਾਵੇਂ ਕਿ ਇਹਨਾਂ ਨੇ ਜਿਹੜੀ ਇਹ ਗੱਲ ਕੀਤੀ ਸੀ ਜਥੇਬੰਦੀਆਂ ਬਾਰੇ, ਕੌੜੀ ਬਹੁਤ ਲੱਗ ਸਕਦੀ ਹੈ, ਪਰ ਮੇਰੇ ਖਿਆਲ ਦੇ ਵਿੱਚ ਕਿਸੇ ਸੱਜਣ ਨੂੰ ਵੀ ਆਪਣੀ ਗੱਲ ਰੱਖਣ ਦਾ ਅਧਿਕਾਰ ਹੁੰਦਾ ਆ। ਫਰੀडम ਆਫ ਸਪੀਚ ਦੇ ਤਹਿਤ ਤੇ ਫਰੀडम ਆਫ ਪ੍ਰੈਸ ਦੇ ਤਹਿਤ ਸਾਨੂੰ ਆਪਣੀ ਗੱਲ ਰੱਖਣ ਦਾ, ਪੇਸ਼ਕਾਰੀ ਦਾ ਅਧਿਕਾਰ ਰੱਖਦੇ ਹਾਂ। ਪਰ ਜਦੋਂ ਪੰਜਾਬ ਦੇ ਕਿਸਾਨਾਂ ਦੇ ਦਰਦ ਦੀ ਗੱਲ ਆ ਜਾਂਦੀ ਹੈ, ਜਿੱਥੇ ਸਰਕਾਰਾਂ ਨੂੰ ਦੋਸ਼ੀ ਬਣਾਇਆ ਜਾਂਦਾ ਹੈ, ਉੱਥੇ ਕਿਤੇ ਨਾ ਕਿਤੇ ਕਸੂਰ ਜਿਹੜੇ ਆਪਣੇ ਨੇ ਉਹ ਵੀ ਸਾਨੂੰ ਭਾਲਣੇ ਤੇ ਵੇਖਣੇ ਪੈਣੇ ਨੇ। ਕਿਤੇ ਨਾ ਕਿਤੇ ਸਾਨੂੰ ਗੁੰਮਰਾਹ ਕਰਨ ਵਾਲੀਆਂ ਜਥੇਬੰਦੀਆਂ ਨੇ, ਉੱਥੇ ਵੀ ਸੁਚੇਤ ਰਹਿਣਾ ਪੈਣਾ। ਕੋਈ ਵੀ ਹੋ ਸਕਦੀ ਹੈ। ਸੋ ਖੈਰ, ਬੜੀ ਜਲਦੀ ਤੁਹਾਡੀ ਸੇਵਾ ਦੇ ਵਿੱਚ ਦੁਬਾਰਾ ਆਵਾਂਗਾ। ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।